ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਜਮਾਤ ਪਹਿਲੀ ਵਿਸ਼ਾ ਪੰਜਾਬੀ ਉਪ ਵਿਸ਼ਾ ਆਓ ਸੁੰਦਰ ਲਿਖੀਏ। ਪਿਆਰੇ ਬੱਚਿਓ, ਇਹ ਆਪਾਂ ਅਭਿਆਸ 4 ਲਾਈਨਾਂ ਤੇ ਕੀਤਾ ਤੇ ਹੁਣ ਆਪਾਂ ਅਭਿਆਸ ਕਰਦੇ ਹਾਂ। ਇਹੀ ਅੱਖਰਾਂ ਦਾ ਅਭਿਆਸ ਕਾਪੀ ਉੱਪਰ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਿੱਖਿਆ ਸੀ ਹਾਹਾ। ਉਸ ਪ੍ਰਕਾਰ ਹੀ ਅਸੀਂ ਇੱਕ ਲਾਈਨ ਉੱਪਰੋਂ ਛੱਡ ਦੇਵਾਂਗੇ ਜਿਸ ਵਿੱਚ ਅਸੀਂ ਕਿ ਮਾਤਰਾ ਨੂੰ ਪਾ ਸਕੀਏ। ਪਹਿਲਾਂ ਅਸੀਂ ਸਿੱਖ ਚੁੱਕੇ ਹਾਂ ਹਾਹਾ, ਫਿਰ ਅਸੀਂ ਸਿੱਖਿਆ ਹੈ ਰਾਰਾ, ਫਿਰ ਅਸੀਂ ਸਿੱਖਿਆ ਹੈ ਗੱਗਾ। ਇਹ ਇੱਕ ਲੜੀ ਦੇ ਅੱਖਰ ਹਨ। ਫਿਰ ਪਿਆਰੇ ਬੱਚਿਓ, ਅਸੀਂ ਸਿੱਖ ਚੁੱਕੇ ਹਾਂ ਕੱਕਾ, ਪੱਬਾ, ਤੇ ਤੱਤਾ। ਇਸ ਦਾ ਅਭਿਆਸ ਅਸੀਂ 4 ਲਾਈਨਾਂ ਦੀ ਕਾਪੀ ਉੱਪਰ ਕੀਤਾ ਹੈ। ਹੁਣ ਆ ਗਈ ਹੈ 5 ਲਾਈਨਾਂ ਵਾਲੀ ਕਾਪੀ। 1 2 3 4 5। ਇਸ ਦੀ ਇੱਕ ਲਾਈਨ ਉੱਪਰੋਂ ਛੱਡ ਦੇਣੀ ਹੈ, ਇੱਕ ਲਾਈਨ ਹੇਠਾਂ ਤੋਂ ਛੱਡ ਦੇਣੀ ਹੈ। ਉਹੀ ਅੱਖਰ ਹਾਹਾ, ਰਾਰਾ ਤੇ ਗੱਗਾ। ਕੱਕਾ, ਪੱਬਾ ਤੇ ਤੱਤਾ। ਤੱਤੇ ਦਾ ਇਹ ਧਿਆਨ ਰੱਖਣਾ ਪਿਆਰੇ ਬੱਚਿਓ, ਪਿੱਛੇ ਤੋਂ ਤੇ ਅੱਗੇ ਤੋਂ ਇੱਕੋ ਜਿਹਾ ਹੋਣਾ ਚਾਹੀਦਾ ਲਿਖਣ ਸਮੇਂ। ਹੁਣ ਅਸੀਂ ਕਰਦੇ ਹਾਂ ਇਹਨਾਂ ਅੱਖਰਾਂ ਦੀ 2 ਲਾਈਨਾਂ ਕਾਪੀ ਦੇ ਉੱਪਰ ਅਭਿਆਸ ਕਰਦੇ ਹਾਂ। ਹਾਹਾ, ਰਾਰਾ, ਗੱਗਾ। ਕੱਕਾ, ਪੱਬਾ ਤੇ ਤੱਤਾ। ਪਿਆਰੇ ਬੱਚਿਓ, ਲਿਖਣ ਸਮੇਂ ਜੇਕਰ ਤੁਸੀਂ ਇਹਨਾਂ ਨੁਕਤਿਆਂ ਦਾ ਧਿਆਨ ਰੱਖੋਗੇ ਤਾਂ ਕੁਝ ਦਿਨਾਂ ਵਿੱਚ ਹੀ ਤੁਹਾਡੀ ਲਿਖਾਈ ਬਹੁਤ ਸੁੰਦਰ ਹੋ ਜਾਵੇਗੀ। ਹੁਣ ਸਮਾਂ ਹੋ ਗਿਆ ਹੈ ਘਰ ਦੇ ਕੰਮ ਦਾ। ਪਿਆਰੇ ਬੱਚਿਓ, ਤੁਸੀਂ ਇਹਨਾਂ ਅੱਖਰਾਂ ਨੂੰ ਆਪਣੀ ਕਾਪੀ ਉੱਪਰ ਇਸ ਪ੍ਰਕਾਰ ਲਿਖ ਲੈਣਾ ਹੈ ਅਤੇ ਉਹਨਾਂ ਨੂੰ ਲਿਖਣ ਦਾ ਅਭਿਆਸ ਕਰਨਾ ਹੈ। ਪਿਆਰੇ ਬੱਚਿਓ, ਇਹ ਅੱਖਰ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 58 ਅਤੇ 59 ਉੱਪਰ ਦਿੱਤੇ ਗਏ ਹਨ। ਪਿਆਰੇ ਬੱਚਿਓ, ਇਹ ਅੱਖਰ ਲਿਖ ਕੇ ਤੁਸੀਂ ਆਪਣੇ ਅਧਿਆਪਕ ਸਹਿਬਾਨ ਨੂੰ ਚੈੱਕ ਕਰਵਾ ਲੈਣੇ ਹਨ ਅਤੇ ਵੱਧ ਤੋਂ ਵੱਧ ਇਹਨਾਂ ਲਿਖਣ ਦਾ ਅਭਿਆਸ ਕਰਨਾ ਹੈ। ਪਹਿਲੀ ਜਮਾਤ ਦੇ ਪਿਆਰੇ ਬੱਚਿਓ, ਕੀ ਤੁਸੀਂ ਜਾਣਦੇ ਹੋ ਇੱਕ ਹੋਰ ਵਸਤੂ ਦੇ ਆਉਣ ਨਾਲ ਵਸਤੂਆਂ ਵੱਧ ਜਾਂਦੀਆਂ ਹਨ ਤੇ ਵਸਤੂਆਂ ਵਿੱਚੋਂ ਇੱਕ ਵਸਤੂ ਨੂੰ ਕੱਢ ਨਾ ਦੇਣ ਨਾਲ ਵਸਤੂਆਂ ਘਟ ਜਾਂਦੀਆਂ ਹਨ। ਆਓ ਫਿਰ ਧਿਆਨ ਨਾਲ ਦੇਖੀਏ ਅਤੇ ਸਮਝੀਏ। ਇੱਕ ਨਾਲ ਇੱਕ ਹੋਰ, 2 2 ਨਾਲ ਇੱਕ ਹੋਰ, 3 3 ਨਾਲ ਇੱਕ ਹੋਰ, 4 4 ਨਾਲ ਇੱਕ ਹੋਰ, 5 5 ਨਾਲ ਇੱਕ ਹੋਰ, 6 6 ਨਾਲ ਇੱਕ ਹੋਰ, 7 7 ਨਾਲ ਇੱਕ ਹੋਰ, 8 8 ਨਾਲ ਇੱਕ ਹੋਰ, 9 9 ਵਿੱਚੋਂ ਇੱਕ ਦਿੱਤਾ, 8 8 ਵਿੱਚੋਂ ਇੱਕ ਦਿੱਤਾ, 7 7 ਵਿੱਚੋਂ ਇੱਕ ਦਿੱਤਾ, 6 6 ਵਿੱਚੋਂ ਇੱਕ ਦਿੱਤਾ, 5 5 ਵਿੱਚੋਂ ਇੱਕ ਦਿੱਤਾ, 4 4 ਵਿੱਚੋਂ ਇੱਕ ਦਿੱਤਾ, 3 3 ਵਿੱਚੋਂ ਇੱਕ ਦਿੱਤਾ, 2 2 ਵਿੱਚੋਂ ਇੱਕ ਦਿੱਤਾ, 1
ਪਿਆਰੇ ਬੱਚਿਓ, ਹੁਣ ਘਰ ਦੇ ਕੰਮ ਦੀ ਵਾਰੀ। ਤੁਸੀਂ ਆਪਣੇ ਆਲੇ ਦੁਆਲੇ ਵਿੱਚੋਂ 6 ਵਸਤੂਆਂ ਲੈ ਕੇ ਉਹਨਾਂ ਵਿੱਚ ਇੱਕ ਵਸਤੂ ਹੋਰ ਪਾ ਕੇ ਜਾਂ ਇੱਕ ਵਸਤੂ ਕੱਢ ਕੇ ਗਿਣਤੀ ਕਰਨੀ ਹੈ। Hello children, let's learn English. Today we are going to read and write letter L. Let's read L, lion. L, leaf. L, lock. Now let's write. Children, we will write L in first 3 lines. 1, 2, 3. Start from the first line. Draw a standing line up to 3rd line. Now, from this point, draw a sleeping line towards right. It's L. Let's repeat. Standing line and a sleeping line. It's L. Let's repeat. A standing line and a sleeping line. It's L. Once again, a standing line and a sleeping line. It's L. Look children, now we will feel the shape for letter L. L has a standing line and then a sleeping line at the bottom. It is L. Leaf. L, lion. L, lock. Now let us try once again. Look, we have a standing line and a sleeping line at the bottom. It is L, lion. L, lock. And L, leaf. That's all for today. And now it's time for your homework. Children, take some sand or flour and then practice writing letter L by moving your finger. It's very easy. It has a standing line and a sleeping line. And also write a complete page for letter L in your notebook. I'll meet you again with a new letter. Till then, keep learning. Bye-bye. ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਟਿੱਪੀ ਲਗਾਖਰ ਦੇ ਸ਼ਬਦਾਂ ਅਤੇ ਵਾਕਾਂ ਦਾ ਅਭਿਆਸ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹੋ। ਅੱਜ ਆਪਾਂ ਇਸ ਪਾਠ ਦੇ ਅਭਿਆਸ ਦਾ ਪ੍ਰਸ਼ਨ ਨੰਬਰ 2 ਹੱਲ ਕਰਾਂਗੇ, ਜੋ ਕਿ ਹੈ ਖਾਲੀ ਥਾਵਾਂ ਭਰੋ। ਪਿਆਰੇ ਬੱਚਿਓ, ਤੁਸੀਂ ਇਹਨਾਂ ਖਾਲੀ ਥਾਵਾਂ ਦੇ ਵਿੱਚ ਸਹੀ ਸ਼ਬਦ ਚੁਣ ਕੇ ਭਰਨਾ ਹੈ। ਤਾਂ ਕੀ ਤੁਸੀਂ ਆਪਣੀ ਕਿਤਾਬ ਤੇ ਪੈਨਸਲ ਨਾਲ ਤਿਆਰ ਹੋ? ਹਾਂਜੀ ਬੱਚਿਓ, ਮੇਰੇ ਪਿੱਛੇ ਪਿੱਛੇ ਬੋਲੋ। ਚੁੰਝਾਂ, ਮੰਜੂ, ਅੰਬਾਂ। ਆਓ ਜੀ, ਸਭ ਤੋਂ ਪਹਿਲੀ ਖਾਲੀ ਥਾਂ ਪੜ੍ਹਦੇ ਹਾਂ। ਅੰਜੂ ਅਤੇ ਖਾਲੀ ਥਾਂ ਸਵੇਰੇ ਜਲਦੀ ਉੱਠੀਆਂ। ਹਾਂਜੀ ਬੱਚਿਓ, ਕੀ ਸਹੀ ਸ਼ਬਦ ਚੁੰਝਾਂ ਹੈ ਜਾਂ ਫਿਰ ਮੰਜੂ
ਕਿ ਅੰਬਾਂ। ਇਹਨਾਂ ਵਿੱਚੋਂ ਸਹੀ ਸ਼ਬਦ ਕਿਹੜਾ ਹੈ? ਆਓ ਕਿਤਾਬ ਵਿੱਚੋਂ ਪੜ੍ਹੀਏ। ਅੰਜੂ ਅਤੇ ਮੰਜੂ ਸਵੇਰੇ ਜਲਦੀ ਉੱਠੀਆਂ। ਹਾਂਜੀ, ਸਹੀ ਸ਼ਬਦ ਹੋਵੇਗਾ ਮੰਜੂ। ਅੰਜੂ ਅਤੇ ਮੰਜੂ ਸਵੇਰੇ ਜਲਦੀ ਉੱਠੀਆਂ। ਦੁਬਾਰਾ ਫਿਰ ਪੜ੍ਹੋ। ਅੰਜੂ ਅਤੇ ਮੰਜੂ ਸਵੇਰੇ ਜਲਦੀ ਉੱਠੀਆਂ। ਆਓ ਜੀ ਅਗਲੀ ਖਾਲੀ ਥਾਂ ਪੜ੍ਹੀਏ। ਉਹ ਖਾਲੀ ਥਾਂ ਦੇ ਬਾਗ ਵਿੱਚ ਗਈਆਂ। ਹਾਂਜੀ ਦੱਸੋ ਉਹ ਕਿਸ ਚੀਜ਼ ਦੇ ਬਾਗ ਵਿੱਚ ਗਈਆਂ? ਮੈਮ ਜੀ ਮੈਂ ਦੱਸਾਂ। ਹਾਂਜੀ ਰਮਨ ਬੇਟਾ ਤੁਸੀਂ ਦੱਸੋ। ਉਹ ਅੰਬਾਂ ਦੇ ਬਾਗ ਵਿੱਚ ਗਈਆਂ। ਹਾਂਜੀ ਸਹੀ ਉੱਤਰ ਹੈ ਅੰਬ। ਅੰਜੂ ਅਤੇ ਮੰਜੂ ਕਿੱਥੇ ਗਈਆਂ? ਉਹ ਅੰਬਾਂ ਦੇ ਬਾਗ ਵਿੱਚ ਗਈਆਂ। ਆਓ ਜੀ ਅਗਲੀ ਖਾਲੀ ਥਾਂ ਪੜ੍ਹੀਏ। ਪੰਛੀਆਂ ਦੀਆਂ ਖਾਲੀ ਥਾਂ ਅਤੇ ਖੰਭ ਬਹੁਤ ਸੁੰਦਰ ਸਨ। ਇਸ ਖਾਲੀ ਥਾਂ ਦੇ ਸਹੀ ਉੱਤਰ ਲਈ ਚਲੋ ਕਿਤਾਬ ਵਿੱਚੋਂ ਪੜ੍ਹੀਏ। ਪੰਛੀਆਂ ਦੀਆਂ ਚੁੰਝਾਂ ਅਤੇ ਖੰਭ ਬਹੁਤ ਸੁੰਦਰ ਸਨ। ਹਾਂਜੀ ਤਾਂ ਸਹੀ ਉੱਤਰ ਕੀ ਹੋਵੇਗਾ? ਛੇਤੀ ਛੇਤੀ ਦੱਸੋ ਬੱਚਿਓ। ਚੁੰਝਾਂ। ਬਿਲਕੁਲ ਸਹੀ। ਪੰਛੀਆਂ ਦੀਆਂ ਚੁੰਝਾਂ ਤੇ ਖੰਭ ਬਹੁਤ ਸੁੰਦਰ ਸਨ। ਆਓ ਪਿਆਰੇ ਬੱਚਿਓ ਹੁਣ ਇਹਨਾਂ ਖਾਲੀ ਥਾਵਾਂ ਦੀ ਇੱਕ ਵਾਰੀ ਦੁਹਰਾਈ ਕਰ ਲਈਏ। ਪਹਿਲੀ ਖਾਲੀ ਥਾਂ ਵਿੱਚ ਸ਼ਬਦ ਚੁਣਿਆ ਮੰਜੂ। ਅੰਜੂ ਅਤੇ ਮੰਜੂ ਸਵੇਰੇ ਜਲਦੀ ਉੱਠੀਆਂ। ਦੂਜੀ ਖਾਲੀ ਥਾਂ ਲਈ ਸ਼ਬਦ ਚੁਣਿਆ ਅੰਬਾਂ। ਉਹ ਅੰਬਾਂ ਦੇ ਬਾਗ ਵਿੱਚ ਗਈਆਂ। ਤੀਜੀ ਖਾਲੀ ਥਾਂ ਲਈ ਸ਼ਬਦ ਚੁਣਿਆ ਚੁੰਝਾਂ। ਪੰਛੀਆਂ ਦੀਆਂ ਚੁੰਝਾਂ ਅਤੇ ਖੰਭ ਬਹੁਤ ਸੁੰਦਰ ਸਨ। ਹੁਣ ਵਾਰੀ ਆਈ ਘਰ ਦੇ ਕੰਮ ਦੀ। ਪਿਆਰੇ ਬੱਚਿਓ ਤੁਸੀਂ ਇਹਨਾਂ ਖਾਲੀ ਥਾਵਾਂ ਨੂੰ ਆਪਣੀ ਕਾਪੀ ਉੱਤੇ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਲਿਖਣਾ ਹੈ ਅਤੇ ਯਾਦ ਵੀ ਕਰਨਾ ਹੈ। ਪਿਆਰੇ ਬੱਚਿਓ ਸਤਿ ਸ੍ਰੀ ਅਕਾਲ। ਅਸੀਂ ਕਰਨ ਜਾ ਰਹੇ ਹਾਂ ਜਮਾਤ ਦੂਜੀ ਵਿਸ਼ਾ ਗਣਿਤ ਦੀ ਪੁਸਤਕ ਦਾ ਪੰਨਾ ਨੰਬਰ 41 ਉੱਪਰ ਬਣੀ ਵਰਕਸ਼ੀਟ ਦੇ ਪਹਿਲੇ 4 ਸਵਾਲ। ਇਸ ਵਰਕਸ਼ੀਟ ਵਿੱਚ ਤੁਹਾਡੇ ਵੱਲੋਂ ਇਸ ਚੈਪਟਰ ਵਿੱਚ ਕੀਤੇ ਗਏ ਕੰਮ ਦਾ ਮੁਲਾਂਕਣ ਹੀ ਹੈ। ਆਓ ਅਸੀਂ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਹੈ ਖਾਲੀ ਥਾਵਾਂ ਭਰੋ। ਅਸੀਂ ਹੇਠਾਂ ਦਿੱਤੀ ਸਿੱਧੀ ਗਿਣਤੀ ਵਿਚਲੀਆਂ ਖਾਲੀ ਥਾਵਾਂ ਨੂੰ ਭਰਾਂਗੇ। 86 ਤੋਂ ਬਾਅਦ ਸਿੱਧੀ ਗਿਣਤੀ ਪੜ੍ਹਦੇ ਹੋਏ ਖਾਲੀ ਥਾਵਾਂ ਭਰਨੀਆਂ ਹਨ। 86 ਤੋਂ ਬਾਅਦ ਦੇਖੋ 87 88 99 90 91 92 93 ਅੱਗੇ ਆ ਗਿਆ 94। ਇਹ ਹੈ ਸਿੱਧੀ ਗਿਣਤੀ। ਹੇਠਾਂ ਦਿੱਤੇ ਹੋਏ ਸਵਾਲ ਵੀ ਇਸੇ ਤਰੀਕੇ ਨਾਲ ਕਰਨੇ ਨੇ। ਤੁਸੀਂ ਦੇਖ ਰਹੇ ਹੋ 72 ਤੋਂ ਸ਼ੁਰੂ ਕਰਕੇ 80 ਤੱਕ ਸਿੱਧੀ ਗਿਣਤੀ ਲਿਖਣੀ ਹੈ। ਇਸ ਨੂੰ ਤੁਸੀਂ ਕਰ ਲਓਗੇ। ਅਗਲੇ ਸਵਾਲ ਤੇ ਚੱਲਦੇ ਹਾਂ। ਅਗਲਾ ਸਵਾਲ ਹੈ ਬਿਲਕੁਲ ਪਹਿਲਾਂ ਕੀ ਆਵੇਗਾ? ਦੂਸਰੇ ਸਵਾਲ ਵਿੱਚ ਤੁਸੀਂ ਦੇਖ ਰਹੇ ਹੋ ਦੂਸਰੇ ਸਵਾਲ ਵਿੱਚ ਪਹਿਲੇ ਭਾਗ ਵਿੱਚ ਬਿਲਕੁਲ ਪਹਿਲਾਂ ਕੀ ਆਵੇਗਾ? ਇਹ ਹੈ ਦੇਖ ਰਹੇ ਹੋ ਸੰਖਿਆ ਦਿੱਤੀ ਹੋਈ ਹੈ 79। 79 ਤੋਂ ਠੀਕ ਪਹਿਲਾਂ ਖਾਲੀ ਥਾਂ ਛੱਡਿਆ ਹੋਇਆ ਹੈ। ਇਸ ਦਾ ਮਤਲਬ 79 ਤੋਂ ਠੀਕ ਪਹਿਲਾਂ ਆਉਣ ਵਾਲੀ ਸੰਖਿਆ ਆਪਾਂ ਲਿਖਣੀ ਹੈ। 79 ਤੋਂ ਠੀਕ ਪਹਿਲਾਂ ਆਉਂਦਾ ਹੈ। ਅਗਰ ਸਿੱਧੀ ਗਿਣਤੀ ਪੜ੍ਹ ਕੇ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ 78 ਤੋਂ ਬਾਅਦ 78 79 80। ਇਸ ਦਾ ਮਤਲਬ ਇੱਥੇ 78 ਆਉਂਦਾ ਹੈ। ਇਸ ਦੇ ਹੇਠਾਂ ਜਿਹੜੇ ਸਵਾਲ ਹਨ ਉਹ ਵੀ ਤੁਸੀਂ ਇਸ ਤਰ੍ਹਾਂ ਕਰਨੇ ਆ। 86 ਤੋਂ ਪਹਿਲਾਂ 73 ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਵਿੱਚ ਵੀ ਪਹਿਲਾਂ ਕੀ ਆਵੇਗਾ ਉਹ ਤੁਸੀਂ ਕਰਨਾ ਹੈ। ਉਸ ਤੋਂ ਅੱਗੇ ਹੈ ਬੱਚਿਓ ਜਿਹੜਾ ਇਸ ਦਾ ਦੂਜਾ ਭਾਗ ਹੈ ਉਸ ਦੇ ਵਿੱਚ ਹੈ ਕਿ ਵਿਚਕਾਰ ਕੀ ਆਵੇਗਾ। ਵਿਚਕਾਰ ਕੀ ਆਵੇਗਾ ਤੋਂ ਭਾਵ
ਦੋ ਸੰਖਿਆਵਾਂ ਦਿੱਤੀਆਂ ਹੋਈਆਂ ਹਨ 79 ਤੇ 81। ਇਹਨਾਂ ਦੋਵਾਂ ਸੰਖਿਆਵਾਂ ਦੇ ਵਿਚਕਾਰ ਆਉਣ ਵਾਲੀ ਸੰਖਿਆ ਆਪਾਂ ਲਿਖਣੀ ਹੈ। ਸੋ ਇਹਨਾਂ ਦੋਵਾਂ ਦੇ ਵਿਚਕਾਰ ਕੀ ਆਵੇਗਾ ਉਹ ਆਪਾਂ ਇੱਥੇ ਲਿਖਣਾ ਹੈ। 79 ਤੋਂ ਬਾਅਦ ਦੇਖੋ 79 80 81, ਇਸ ਦਾ ਮਤਲਬ ਕਿ 79 ਤੇ 81 ਦੇ ਵਿਚਕਾਰ 80 ਆਵੇਗਾ। ਇਸੇ ਤਰੀਕੇ ਇਸ ਦੇ ਜਿਹੜੇ ਦੂਜੇ ਸਵਾਲ ਹਨ ਉਹ ਵੀ ਤੁਸੀਂ ਕਰਨੇ ਹਨ। ਇਸ ਦੇ ਤੀਸਰੇ ਭਾਗ ਵਿੱਚ ਤੁਸੀਂ ਦੇਖ ਰਹੇ ਹੋ, ਇਸ ਦੇ ਤੀਜੇ ਭਾਗ ਵਿੱਚ ਆਉਂਦਾ ਹੈ ਬਿਲਕੁਲ ਬਾਅਦ ਕੀ ਆਵੇਗਾ। ਤਾਂ ਬਿਲਕੁਲ ਬਾਅਦ ਕੀ ਆਵੇਗਾ ਉਸ ਨੂੰ ਆਪਾਂ ਕਰਾਂਗੇ। ਦੇਖੋ ਇੱਥੇ ਜੋ ਸੰਖਿਆ ਦਿੱਤੀ ਹੋਈ ਹੈ ਉਹ ਹੈ 99, ਉਸ ਤੋਂ ਠੀਕ ਬਾਅਦ ਖਾਲੀ ਥਾਂ ਛੱਡਿਆ ਹੋਇਆ ਹੈ। ਇਸ ਦਾ ਮਤਲਬ 99 ਤੋਂ ਬਾਅਦ ਕੀ ਆਉਂਦਾ ਹੈ 100। ਇਸੇ ਤਰੀਕੇ ਇਸ ਵਾਲੇ ਜਿਹੜੇ ਰਹਿੰਦੇ ਸਵਾਲ ਹਨ ਉਹ ਤੁਸੀਂ ਕਰਨੇ ਨੇ। ਅਗਲੇ ਸਵਾਲ ਤੇ ਚੱਲਾਂਗੇ। ਅਗਲੇ ਸਵਾਲ ਤੇ ਬੱਚਿਓ ਆਪਾਂ ਕੀ ਦੇਖਦੇ ਹਾਂ, ਤੀਜਾ ਸਵਾਲ ਹੈ। ਤੀਜੇ ਸਵਾਲ ਦੇ ਉੱਪਰ ਆਪਾਂ ਨੂੰ ਦਿੱਤਾ ਹੋਇਆ ਹੈ ਖਾਲੀ ਥਾਵਾਂ ਵਿੱਚ ਵੱਡਾ ਹੈ, ਛੋਟਾ ਹੈ ਜਾਂ ਬਰਾਬਰ ਹੈ ਦਾ ਚਿੰਨ੍ਹ ਭਰੋ। ਤੁਸੀਂ ਦੇਖ ਰਹੇ ਹੋ ਉੱਪਰ ਆਹ ਵਾਲਾ ਜੋ ਚਿੰਨ੍ਹ ਹੈ ਇਹ ਹੈ ਵੱਡਾ ਹੈ, ਉਸ ਤੋਂ ਅਗਲਾ ਹੈ ਛੋਟਾ ਹੈ ਜਾਂ ਬਰਾਬਰ ਹੈ। ਸੋ ਆਪਾਂ ਦੇਖਦੇ ਹਾਂ ਇਸ ਦੇ ਹੇਠਾਂ ਦਿੱਤੇ ਹੋਏ ਸਵਾਲਾਂ ਨੂੰ ਆਪਾਂ ਕਰਦੇ ਹਾਂ ਖਾਲੀ ਥਾਵਾਂ ਦੇ ਅੰਦਰ। ਦੇਖੋ ਇੱਥੇ ਦੋ ਸੰਖਿਆਵਾਂ, ਇੱਕ ਸਾਈਡ ਤੇ ਸੰਖਿਆ ਦਿੱਤੀ ਹੋਈ ਹੈ 84, ਦੂਜੀ ਸਾਈਡ ਤੇ ਸੰਖਿਆ ਦਿੱਤੀ ਹੋਈ ਹੈ 48। ਸੰਖਿਆ ਨੂੰ ਵੱਡੀ ਅਤੇ ਛੋਟੀ ਸੰਖਿਆ ਦੇ ਬਾਰੇ ਪਤਾ ਕਰਨਾ ਤੁਸੀਂ ਪਹਿਲਾਂ ਸਿੱਖ ਚੁੱਕੇ ਹੋ। ਕਿਵੇਂ ਪਤਾ ਕਰਦੇ ਹਾਂ ਇੱਕ ਵਾਰੀ ਦੁਬਾਰਾ ਦੱਸਾਂਗਾ। ਆਪਾਂ ਦੋਨਾਂ ਸੰਖਿਆ ਦੇ ਸਭ ਤੋਂ ਪਹਿਲਾਂ ਦਹਾਈ ਦੇ ਅੰਕ ਨੂੰ ਦੇਖਾਂਗੇ। ਦਹਾਈ ਦਾ ਅੰਕ ਜਿਸ ਸੰਖਿਆ ਦੇ ਵਿੱਚ ਵੱਡਾ ਹੈ ਉਹ ਸੰਖਿਆ ਵੱਡੀ ਹੈ। ਤੋ 84 ਸੰਖਿਆ ਵੱਡੀ ਹੈ, ਇਸ ਵਿੱਚ ਦਹਾਈ ਦਾ ਅੰਕ ਜੋ ਹੈ ਉਹ 8 ਹੈ। ਵੱਡੇ ਦਾ ਨਿਸ਼ਾਨ ਹੈ ਬੱਚੋ ਆਹ ਵਾਲਾ ਸਾਈਨ ਆਪਾਂ ਲਾਉਣਾ ਹੈ। ਇਸ ਦਾ ਮਤਲਬ ਆਪਾਂ ਇਹਨੂੰ ਬੋਲਦੇ ਕੀ ਹਾਂ, 84 ਵੱਡਾ ਹੈ 48 ਤੋਂ। ਇਸ ਤਰੀਕੇ ਨਾਲ ਛੋਟਾ ਹੈ ਦਾ ਸਾਈਨ ਹੈ ਅਤੇ ਬਰਾਬਰ ਦਾ। ਇਸ ਤੋਂ ਅੱਗੇ ਇੱਧਰ ਵੀ ਕੀ ਹੈ 97, ਇੱਧਰ ਵੀ ਕੀ ਹੈ 97। ਇਸ ਦਾ ਮਤਲਬ ਦੋਨਾਂ ਦੇ ਦਹਾਈ ਦੇ ਅੰਕ ਵੀ ਬਰਾਬਰ ਹਨ, ਇਕਾਈ ਦੇ ਅੰਕ ਵੀ ਬਰਾਬਰ ਹਨ। ਇਸ ਦਾ ਮਤਲਬ ਆਪਣੀਆਂ ਦੋਨੋਂ ਸੰਖਿਆਵਾਂ ਬਰਾਬਰ ਹਨ, ਇਸ ਕਰਕੇ ਆਪਾਂ ਇੱਥੇ ਬਰਾਬਰ ਦਾ ਨਿਸ਼ਾਨ ਲਾਵਾਂਗੇ। ਇਸ ਦਾ ਮਤਲਬ ਹੈ ਦੋਨੋਂ ਸੰਖਿਆ ਬਰਾਬਰ ਹੈ, ਕੋਈ ਵੱਡੀ ਜਾਂ ਛੋਟੀ ਨਹੀਂ ਹੈ। ਇਸ ਤੋਂ ਅਗਲੇ ਸਵਾਲ ਵਿੱਚ ਬੱਚੋ ਆਪਾਂ ਦੇਖ ਰਹੇ ਹਾਂ ਇੱਕ ਸਾਈਡ ਤੇ 75 ਹੈ, ਇੱਕ ਸਾਈਡ ਤੇ 75 ਤੇ ਇੱਕ ਸਾਈਡ ਤੇ 80 ਹੈ। ਆਪਾਂ ਦੋਨਾਂ ਵਿੱਚੋਂ ਵੱਡੀ ਤੇ ਛੋਟੀ ਸੰਖਿਆ ਦਾ ਨਿਸ਼ਾਨ ਇੱਥੇ ਲਾਉਣਾ ਹੈ। 75 ਵਿੱਚ ਦਹਾਈ ਦਾ ਅੰਕ 7 ਹੈ, 80 ਵਿੱਚ ਦਹਾਈ ਦਾ ਅੰਕ 8 ਹੈ। ਇਸ ਕਰਕੇ 80 ਸੰਖਿਆ 75 ਨਾਲੋਂ ਵੱਡੀ ਹੈ। ਸੋ 75 ਛੋਟੀ ਹੈ ਤਾਂ ਆਪਾਂ ਛੋਟੇ ਵਾਲਾ ਨਿਸ਼ਾਨ ਲਾਵਾਂਗੇ। ਇਸ ਦਾ ਮਤਲਬ ਹੈ 75 ਛੋਟੀ ਹੈ 80 ਨਾਲੋਂ। ਉਸ ਤੋਂ ਅਗਲਾ ਸਵਾਲ ਹੈ ਮਿਲਾਨ ਕਰਨ ਵਾਲਾ। ਚੌਥਾ ਸਵਾਲ, ਮਿਲਾਨ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਦੇਖ ਰਹੇ ਹੋ। ਇੱਥੇ ਦਿੱਤੀਆਂ ਹੋਈਆਂ ਸੰਖਿਆਵਾਂ ਅੰਬ ਵਾਲੇ ਚਿੱਤਰ ਦੇ ਵਿੱਚ ਸੰਖਿਆਵਾਂ ਨੂੰ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਗੋਲਿਆਂ ਦੇ ਅੰਦਰ ਸੰਖਿਆਵਾਂ ਨੂੰ ਅੰਕ ਰੂਪ ਵਿੱਚ ਲਿਖਿਆ ਹੋਇਆ ਹੈ। ਆਪਾਂ ਸ਼ਬਦਾਂ ਵਾਲੇ ਸੰਖਿਆ ਨੂੰ ਉਸ ਦੀ ਅੰਕਾਂ ਵਾਲੀ ਸੰਖਿਆ ਦੇ ਨਾਲ ਮਿਲਾਉਣਾ ਹੈ। ਪਹਿਲਾ ਦੇਖੋ ਅੰਬ ਦਾ ਚਿੱਤਰ ਦੇਖਦੇ ਹਾਂ, ਇੱਥੇ ਹੈ 92। 92 ਕਿੱਥੇ ਹੈ, 90 ਤੋਂ 92 ਹੁੰਦਾ ਹੈ, ਆ ਰਿਹਾ। ਇਸ ਦਾ ਮਤਲਬ ਆਪਾਂ ਇਸ ਦਾ ਮਿਲਾਨ 92 ਦੇ ਨਾਲ ਕਰ ਦੇਣਾ ਹੈ। ਉਸ ਤੋਂ ਅੱਗੇ ਦੇਖੋ ਜਿਸ ਤਰ੍ਹਾਂ ਬਣਿਆ ਹੋਇਆ ਹੈ 99। 99 ਇਹ ਆ ਰਿਹਾ ਬਣਿਆ ਹੋਇਆ 89, ਇਸ ਦੇ ਨਾਲ ਮਿਲਾ ਦੇਣਾ ਹੈ। 72 72 ਨੂੰ 72 ਦੇ ਨਾਲ ਮਿਲਾ ਦੇਣਾ ਹੈ। ਇਸ ਤਰੀਕੇ ਤੁਸੀਂ ਇਹਨਾਂ ਰਹਿੰਦੇ ਸਵਾਲਾਂ ਨੂੰ ਇਸੇ ਤਰੀਕੇ ਪੂਰਾ ਕਰਨਾ ਹੈ। ਇਹ 4 ਸਵਾਲ ਇਸ ਵਰਕਸ਼ੀਟ ਦੇ ਆਪਾਂ ਕਰ ਲਏ ਹਨ। ਅਗਲੇ ਸਵਾਲਾਂ ਨਾਲ ਫਿਰ ਮਿਲਾਂਗੇ। ਥੈਂਕ ਯੂ, ਧੰਨਵਾਦ।
Hello kids, today we will learn about vowel sound E. We will make some words with sound egg. Let's start. B, egg, bag, bag. K, egg, keg, keg. T, egg, tag, tag. L, egg, leg, leg. P, egg, bag, bag. Kids, let's read again. B, egg, bag, bag. K, egg, keg, keg. T, egg, tag, tag. L, egg, leg, leg. P, egg, bag, bag. Kids, let's read once again. Bag, keg, tag, leg, bag. It's time for homework. Kids, write down these words in your notebook. Keep learning. Thank you. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪਾਠ 7 ਦਰਿਆ ਨੇ ਕਿਹਾ ਤਾਂ ਅਸੀਂ ਪੜ੍ਹ ਚੁੱਕੇ ਹਾਂ। ਪਿਆਰੇ ਬੱਚਿਓ, ਅੱਜ ਤੁਹਾਡਾ ਸਾਰਿਆਂ ਦਾ ਪਿਆਰਾ ਦੋਸਤ ਪਾਠ 7 ਦੇ ਪਾਠ ਅਭਿਆਸ ਵਿੱਚੋਂ ਸ਼ਬਦ ਅਰਥ ਲੈ ਕੇ ਆਇਆ ਹੈ। ਆਓ ਜੀ ਕਰੀਏ ਸ਼ਬਦ ਅਰਥ। ਪਿਆਰੇ ਬੱਚਿਓ, ਪਹਿਲਾ ਸ਼ਬਦ ਹੈ ਰੱਖ। ਉਹ ਦਰਿਆ ਦੇ ਉਸ ਪਾਰ ਰੁੱਖਾਂ ਦੀ ਇੱਕ ਰੱਖ 'ਚ ਲੱਕੜਾਂ ਕੱਟਣ ਜਾਇਆ ਕਰਦਾ ਸੀ। ਪਿਆਰੇ ਬੱਚਿਓ, ਰੱਖ ਦਾ ਅਰਥ ਹੁੰਦਾ ਹੈ ਜੰਗਲ। ਦੇਖੋ ਬੱਚਿਓ, ਰੁੱਖਾਂ ਦੀ ਰੱਖ, ਰੱਖ ਦਾ ਭਾਵ ਹੈ ਜੰਗਲ। ਅਗਲਾ ਸ਼ਬਦ ਹੈ ਪਰਤ ਰਿਹਾ। ਬਿਰਖੂ ਜਦੋਂ ਵਾਪਸ ਘਰ ਪਰਤ ਰਿਹਾ ਸੀ। ਇੱਥੇ ਪਰਤ ਰਿਹਾ ਦਾ ਅਰਥ ਹੈ ਮੁੜ ਰਿਹਾ ਸੀ। ਬੱਚਿਓ, ਬਿਰਖੂ ਜੰਗਲ ਵਿੱਚੋਂ ਲੱਕੜਾਂ ਕੱਢ ਕੇ ਵਾਪਸ ਘਰ ਪਰਤ ਰਿਹਾ ਸੀ। ਪਿਆਰੇ ਬੱਚਿਓ, ਪਰਤ ਰਿਹਾ ਦਾ ਅਰਥ ਹੁੰਦਾ ਮੁੜ ਰਿਹਾ। ਬੱਚਿਓ, ਤੁਸੀਂ ਜਦੋਂ ਨਾਨਕੇ ਜਾਂਦੇ ਹੋ ਤਾਂ ਵਾਪਸ ਘਰ ਵੀ ਪਰਤਦੇ ਹੋ ਨਾ, ਫਿਰ ਘਰ ਮੁੜ ਆਉਂਦੇ ਹੋ ਨਾ। ਹਾਂਜੀ ਬੱਚਿਓ, ਅਗਲਾ ਸ਼ਬਦ ਹੈ ਖਿੜ ਪਿਆ। ਬਿਰਖੂ ਆਪਣੀ ਕੁਹਾੜੀ ਵੇਖ ਕੇ ਖਿੜ ਪਿਆ। ਦੇਖੋ ਬੱਚਿਓ, ਕਿਹੜੀ ਕੁਹਾੜੀ ਦੇਖ ਕੇ ਖਿੜ ਪਿਆ ਸੀ ਬਿਰਖੂ? ਆਪਣੀ ਲੋਹੇ ਦੀ ਕੁਹਾੜੀ ਦੇਖ ਕੇ, ਸੋਨੇ ਜਾਂ ਚਾਂਦੀ ਦੀ ਕੁਹਾੜੀ ਵੇਖ ਕੇ ਨਹੀਂ। ਇਹ ਦੇਖੋ ਬੱਚਿਓ, ਬਿਰਖੂ ਆਪਣੀ ਕੁਹਾੜੀ ਦੇਖ ਕੇ ਕਿੰਨਾ ਖੁਸ਼ ਹੋ ਗਿਆ। ਖਿੜ ਪਿਆ ਦਾ ਅਰਥ ਹੁੰਦਾ ਖੁਸ਼ ਹੋ ਗਿਆ। ਹਾਂਜੀ ਪਿਆਰੇ ਬੱਚਿਓ, ਅਗਲਾ ਸ਼ਬਦ ਹੈ ਮੁੱਠਾ। ਇਹਨਾਂ ਵਿੱਚੋਂ ਇੱਕ ਨੂੰ ਲੱਕੜੀ ਦਾ ਮੁੱਠਾ ਲੱਗਾ ਹੋਇਆ ਏ। ਦੇਖੋ ਬੱਚਿਓ, ਬਿਰਖੂ ਦੀ ਕੁਹਾੜੀ ਨੂੰ ਲੱਕੜੀ ਦਾ ਮੁੱਠਾ ਲੱਗਾ ਹੋਇਆ ਹੈ। ਮੁੱਠੇ ਦਾ ਅਰਥ ਹੁੰਦਾ ਹੱਥਾ। ਅਗਲਾ ਸ਼ਬਦ ਹੈ ਦਰਿਆ। ਇੱਕ ਦਿਨ ਦਰਿਆ ਚੜ੍ਹਿਆ ਹੋਇਆ ਸੀ।
ਬੱਚਿਓ ਇੱਥੇ ਦਰਿਆ ਦਾ ਅਰਥ ਕੀ ਹੈ? ਨਦੀ। ਦੇਖੋ ਬੱਚਿਓ, ਦਰਿਆ ਵਹਿ ਰਿਹਾ ਹੈ। ਦਰਿਆ ਦਾ ਅਰਥ ਕੀ ਹੁੰਦਾ ਹੈ? ਨਦੀ। ਦਰਿਆ, ਨਦੀ। ਅਗਲਾ ਸ਼ਬਦ ਹੈ ਛਲ। ਦਰਿਆ ਪਾਰ ਕਰਦਿਆਂ ਇੱਕ ਛਲ ਆਈ। ਬੱਚਿਓ, ਛਲ ਕੀ ਹੁੰਦੀ ਹੈ? ਹਾਂ ਬੱਚਿਓ, ਛਲ ਐਵੇਂ ਦੀ ਹੁੰਦੀ ਹੈ। ਛਲ ਦਾ ਅਰਥ ਹੁੰਦਾ ਹੈ ਲਹਿਰ। ਦਰਿਆ ਪਾਰ ਕਰਦਿਆਂ ਇੱਕ ਲਹਿਰ ਆ ਗਈ ਸੀ ਤਾਂ ਬਿਰਖੂ ਦੀ ਕੁਹਾੜੀ ਨਦੀ 'ਚ ਗਿਰ ਗਈ ਸੀ। ਛਲ ਦਾ ਅਰਥ ਹੁੰਦਾ ਹੈ ਲਹਿਰ। ਪਿਆਰੇ ਬੱਚਿਓ, ਅਗਲਾ ਸ਼ਬਦ ਹੈ ਸੰਭਲ ਕੇ। ਜਦੋਂ ਦਰਿਆ ਤੁਰੇ ਤਾਂ ਸੰਭਲ ਕੇ ਇਹਨੂੰ ਪਾਰ ਕਰੋ। ਪਿਆਰੇ ਬੱਚਿਓ, ਤੁਸੀਂ ਸੜਕ ਸੰਭਲ ਕੇ ਪਾਰ ਕਰਦੇ ਹੋ ਨਾ? ਤਾਂ ਇਸੇ ਤਰ੍ਹਾਂ ਬਿਰਖੂ ਨੂੰ ਦਰਿਆ ਨੇ ਕਿਹਾ, ਤੂੰ ਜਦੋਂ ਵੀ ਦਰਿਆ ਪਾਰ ਕਰਿਆ ਕਰ, ਸੰਭਲ ਕੇ ਕਰਿਆ ਕਰ। ਬੱਚਿਓ, ਸੰਭਲ ਕੇ ਦਾ ਅਰਥ ਹੁੰਦਾ ਹੈ ਧਿਆਨ ਨਾਲ। ਅਗਲਾ ਸ਼ਬਦ ਹੈ ਵਹਿੰਦਾ। ਨਦੀਆਂ ਵਿੱਚ ਪਾਣੀ ਵਹਿੰਦਾ ਹੈ ਤੇ ਮੈਂ ਸੁੱਕਦਾ ਨਹੀਂ। ਬੱਚਿਓ, ਇੱਥੇ ਵਹਿੰਦਾ ਦਾ ਅਰਥ ਹੈ ਵਗਦਾ। ਇਹ ਦੇਖੋ ਬੱਚਿਓ, ਦਰਿਆ ਵਹਿ ਰਿਹਾ ਹੈ। ਦੇਖੋ, ਇਹ ਵਗ ਰਿਹਾ ਹੈ। ਪਿਆਰੇ ਬੱਚਿਓ, ਹੁਣ ਤੁਸੀਂ ਘਰ ਦਾ ਕੰਮ ਨੋਟ ਕਰੋ। ਬੱਚਿਓ, ਤੁਹਾਡੀ ਪਾਠ ਪੁਸਤਕ ਦੇ ਪਾਠ ਨੰਬਰ 7 ਦੇ ਪਾਠ ਅਭਿਆਸ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਸ਼ਬਦ ਅਰਥ ਹੈ। ਤੁਸੀਂ ਇਹਨਾਂ ਸ਼ਬਦ ਅਰਥਾਂ ਨੂੰ ਆਪਣੀ ਕਾਪੀ ਵਿੱਚ ਸੋਹਣਾ ਸੋਹਣਾ ਲਿਖਣਾ ਹੈ ਅਤੇ ਯਾਦ ਵੀ ਜ਼ਰੂਰ ਕਰਨਾ ਹੈ। ਅੱਛਾ ਪਿਆਰੇ ਬੱਚਿਓ, ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪਿਆਰੇ ਬੱਚਿਓ, ਅਸੀਂ ਕਰੰਸੀ ਨੋਟਾਂ ਨੂੰ ਵਧਾਉਣਾ ਤੇ ਘਟਾਉਣਾ ਸਿੱਖ ਚੁੱਕੇ ਹਾਂ। ਅੱਜ ਅਸੀਂ ਖੇਡ ਵਿੱਚ ਕਰੰਸੀ ਨੋਟਾਂ ਦੀ ਮਦਦ ਦੇ ਨਾਲ ਘਟਾਓ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਇਹ ਵਿੰਨੀ ਹੈ ਤੇ ਆਓ ਦੇਖੀਏ ਵਿੰਨੀ ਕੋਲ ਕਿੰਨੇ ਰੁਪਏ ਹਨ। 10, 20, 30, 40, 50, 51, 52, 53, 54, 55, 56, 57। ਹਾਂਜੀ, ਵਿੰਨੀ ਕੋਲ ਹਨ 57 ਰੁਪਏ। 57 ਰੁਪਏ ਲੈ ਕੇ ਵਿੰਨੀ ਬਾਜ਼ਾਰ ਗਈ। ਬਾਜ਼ਾਰ ਜਾ ਕੇ ਉਸਨੇ ਇੱਕ ਟੋਕਰੀ ਖਰੀਦੀ ਜਿਸ ਦੀ ਕੀਮਤ ਹੈ 22 ਰੁਪਏ। ਉਸਨੇ ਪਹਿਲੇ ਦੁਕਾਨਦਾਰ ਨੂੰ 10 ਰੁਪਏ ਦਿੱਤੇ। ਜਦੋਂ ਵਿੰਨੀ ਨੇ ਆਪਣੇ ਰੁਪਏ ਵਿੱਚੋਂ 10 ਰੁਪਏ ਦੁਕਾਨਦਾਰ ਨੂੰ ਦਿੱਤੇ ਤਾਂ ਵਿੰਨੀ ਦੇ ਰੁਪਏ ਘਟ ਗਏ ਤੇ ਘਟਣ ਤੋਂ ਭਾਵ ਹੈ ਘਟਾਓ। 10 ਰੁਪਏ ਦੇਣ ਤੋਂ ਬਾਅਦ ਵਿੰਨੀ ਕੋਲ ਰਹਿ ਗਏ, ਹਾਂਜੀ, ਕਿੰਨੇ ਰੁਪਏ? 47 ਰੁਪਏ। ਹੁਣ ਵਿੰਨੀ ਨੇ ਦੁਕਾਨਦਾਰ ਨੂੰ ਫੇਰ 10 ਰੁਪਏ ਦਿੱਤੇ ਤਾਂ ਉਸ ਕੋਲ ਰੁਪਏ ਫੇਰ ਤੋਂ ਘਟ ਗਏ। ਵਿੰਨੀ ਕੋਲ ਸਨ 47 ਰੁਪਏ ਤੇ ਦੁਕਾਨਦਾਰ ਨੂੰ ਉਸਨੇ ਦਿੱਤੇ ਬਿਲਕੁਲ ਠੀਕ 10 ਰੁਪਏ ਤੇ ਵਿੰਨੀ ਕੋਲ ਰਹਿ ਗਏ, ਹਾਂਜੀ, ਕਿੰਨੇ? 37 ਰੁਪਏ। ਹੁਣ ਮੇਰੇ ਪਿਆਰੇ ਬੱਚਿਓ, ਟੋਕਰੀ ਦੀ ਪੂਰੀ ਕੀਮਤ ਚੁਕਾਉਣ ਲਈ ਵਿੰਨੀ ਨੇ ਦੁਕਾਨਦਾਰ ਨੂੰ 2 ਰੁਪਏ ਫੇਰ ਦਿੱਤੇ। 1, 2 ਤੇ ਵਿੰਨੀ ਕੋਲ ਰੁਪਏ ਘਟ ਗਏ। ਵਿੰਨੀ ਕੋਲ ਸਨ 37 ਰੁਪਏ ਤੇ ਉਸਨੇ ਦੁਕਾਨਦਾਰ ਨੂੰ ਦਿੱਤੇ 2 ਰੁਪਏ। ਹਾਂਜੀ, ਵਿੰਨੀ ਕੋਲ ਰਹਿ ਗਏ 35 ਰੁਪਏ। ਹੁਣ ਮੇਰੇ ਪਿਆਰੇ ਬੱਚਿਓ, ਇਹ ਹੈ ਵਿਵਾਨ। आओ देखिए विवान कुल किन्ने रुपए हैं। 10, 20, 30, 40, 50, 51, 52, 53, 54, 55, 56, 57। हाँ जी, विवान कोल हैं 57 रुपए। 57 रुपए लेके विवान अज बाजार गया क्योंकि उसने एक पर्स खरीदना सी। बाजार जाके विवान ने देखा तो उसनों एक पर्स पसंद आ गया जिसकी कीमत है 22 रुपए। सो उसने दुकानदार नू दिते 20 रुपए। 20 रुपए जो दुकानदार नू विवान ने पर्स खरीदन ले दिते तो उस कोल रुपए
ਘਟ ਗਏ ਤੇ ਕਟਣ ਤੋਂ ਭਾਵ ਹੈ ਘਟਾਓ। ਜਦੋਂ ਵਿਵਾਨ ਨੇ 20 ਰੁਪਏ ਦੁਕਾਨਦਾਰ ਨੂੰ ਦਿੱਤੇ ਤਾਂ ਉਸ ਕੋਲ ਰਹਿ ਗਏ ਹੁਣ ਬਿਲਕੁਲ ਠੀਕ 37 ਰੁਪਏ। ਹੁਣ ਵਿਵਾਨ ਨੇ ਦੁਕਾਨਦਾਰ ਨੂੰ ਦਿੱਤੇ 2 ਰੁਪਏ 1 2 ਰੁਪਏ ਦਿੱਤੇ। ਸੋ ਮੇਰੇ ਪਿਆਰੇ ਬੱਚਿਓ ਵਿਵਾਨ ਕੋਲ ਸਨ 37 ਰੁਪਏ ਤੇ 2 ਰੁਪਏ ਉਸਨੇ ਦੁਕਾਨਦਾਰ ਨੂੰ ਦਿੱਤੇ ਤਾਂ ਵਿਵਾਨ ਕੋਲ ਹੁਣ ਰਹਿ ਗਏ ਬਿਲਕੁਲ ਠੀਕ 35 ਰੁਪਏ। ਸੋ ਮੇਰੇ ਪਿਆਰੇ ਬੱਚਿਓ ਅੱਜ ਅਸੀਂ ਘਟਾਓ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਹੈ ਅਤੇ ਸਾਨੂੰ ਪਤਾ ਵੀ ਲੱਗ ਗਿਆ ਹੈ 57 ਘਟਾਓ 22 ਬਰਾਬਰ ਹੈ 35। ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਪਿਆਰੇ ਬੱਚਿਓ ਤੁਸੀਂ ਆਪਣੀ ਗਣਿਤ ਦੀ ਪਾਠ ਪੁਸਤਕ ਦੇ ਪੰਨਾ ਨੰਬਰ 46 ਉੱਪਰ ਦਿੱਤੇ ਸਵਾਲ ਨੰਬਰ 1 10-10 ਦੇ ਜੋੜੇ ਬਣਾ ਕੇ ਘਟਾਓ ਕਰੋ। ਇਸ ਦੇ ਪਹਿਲੇ 3 ਭਾਗ ਆਪਣੀ ਕਾਪੀਆਂ ਦੇ ਵਿੱਚ ਹੱਲ ਕਰਨੇ ਹਨ। ਧੰਨਵਾਦ। Hello kids, today we are going to meet our buddy nature. Look here, these are beautiful trees. They are our friends. They give us shade, food, wood and oxygen. They also give shelter to the birds. Yes, what do trees provide us with? Shade, food, wood, oxygen, shelter to the birds. Let's meet our next friend. It is water. Dear students, we know very well that we all need water to live. Here are flowers. They give fragrance. They add beauty to our life. They give nectar to bees and butterflies. Here is the sun. The sun gives us heat and light. Look, the birds are flying in the sky. They give happiness to us. Here is soil. We all know trees grow with the help of soil and water. Let's recall, trees give us shade, food, wood, oxygen. Yes, the sun gives us heat and light. Flowers give fragrance and add beauty into our life. We can't live without water. The birds give us happiness. These all are the part of nature. All these are our best friends. So we must save our friends. Save nature, save earth, save life. That's all for today. It's time for homework. You have to try to make trees, sun, birds, flowers, water and soil. You can take help from this picture. Bye bye. Save nature. ਪਿਆਰੇ ਬੱਚਿਓ, ਵਾਤਾਵਰਣ ਸਿੱਖਿਆ ਦੀ ਜਮਾਤ ਵਿੱਚ
ਹੁਣ ਤੱਕ ਤੁਸੀਂ ਪਾਠ 6 ਰੰਗ ਬਿਰੰਗੇ ਪੱਤੇ ਅਧੀਨ ਪੂਰਾ ਪਾਠ ਪੜ ਚੁੱਕੇ ਹੋ ਤੇ ਆਓ ਪ੍ਰਸ਼ਨ 4 ਹੱਲ ਕਰੀਏ। ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਨੰਬਰ 1, ਦਰਖਤਾਂ ਦੇ ਪੱਤੇ ਤੋੜ ਕੇ ਖਾਦ ਤਿਆਰ ਕਰਨੀ ਚਾਹੀਦੀ ਹੈ। ਹਾਂਜੀ, ਤੋੜ ਕੇ ਨਹੀਂ, ਡਿੱਗੇ ਹੋਏ ਪੱਤਿਆਂ ਤੋਂ ਖਾਦ ਤਿਆਰ ਕਰਨੀ ਚਾਹੀਦੀ ਹੈ। ਨੰਬਰ 2, ਘਰਾਂ ਵਿੱਚ ਇਕੱਠੇ ਕੀਤੇ ਪੱਤਿਆਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ। ਨਹੀਂ, ਇਸ ਨਾਲ ਹਵਾ ਦਾ ਪ੍ਰਦੂਸ਼ਣ ਹੋਏਗਾ, ਸੋ ਇਹ ਗਲਤ ਹੈ। ਨੰਬਰ 3, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿਲੜਾਂ ਤੋਂ ਖਾਦ ਤਿਆਰ ਕਰਨੀ ਚਾਹੀਦੀ ਹੈ। ਇਹ ਸਹੀ ਹੈ। ਸਾਰੇ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ। ਹਾਂਜੀ ਬੱਚਿਓ, ਸਾਡੇ ਪਾਠ ਦਾ ਨਾਮ ਹੈ ਰੰਗ ਬਿਰੰਗੇ ਪੱਤੇ। ਇਸ ਦਾ ਮਤਲਬ ਸਾਰੇ ਪੱਤਿਆਂ ਦਾ ਰੰਗ ਹਰਾ ਨਹੀਂ ਹੋ ਸਕਦਾ। ਕੁਝ ਪੱਤੇ ਰੰਗ ਬਿਰੰਗੇ ਵੀ ਹੋ ਸਕਦੇ ਹਨ, ਸੋ ਇਹ ਗਲਤ ਹੈ। ਅਗਲਾ, ਸਾਰੇ ਪੱਤਿਆਂ ਦੀ ਸ਼ਕਲ ਇੱਕੋ ਜਿਹੀ ਨਹੀਂ ਹੁੰਦੀ ਹੈ। ਪੱਤੇ ਅੱਡ-ਅੱਡ ਜਾਂ ਅਲੱਗ-ਅਲੱਗ ਸ਼ਕਲ ਦੇ ਹੋ ਸਕਦੇ ਹਨ। ਸਾਡਾ ਅਗਲਾ ਅਭਿਆਸ ਪ੍ਰਸ਼ਨ ਹੈ ਪ੍ਰਸ਼ਨ 5, ਖਾਲੀ ਥਾਵਾਂ ਭਰੋ। ਇਸ ਵਿੱਚ ਤੁਹਾਨੂੰ ਕੁਝ ਸ਼ਬਦ ਦਿੱਤੇ ਗਏ ਹਨ ਅਤੇ ਤੁਸੀਂ ਇਹਨਾਂ ਸ਼ਬਦਾਂ ਤੋਂ ਖਾਲੀ ਥਾਂ ਭਰਨੇ ਹਨ। ਹਾਂਜੀ, ਪਹਿਲਾ ਖਾਲੀ ਥਾਂ ਹੈ, ਪੱਤੇ ਸਾੜਨ ਨਾਲ ਹਵਾ ਡੈਸ਼ ਹੋ ਜਾਂਦੀ ਹੈ। ਕੀ? ਹਾਂਜੀ, ਗੰਦੀ। ਨੰਬਰ 2, ਖੁਸ਼ੀ ਦੇ ਮੌਕੇ ਤੇ ਹੱਥਾਂ ਤੇ ਡੈਸ਼ ਲਗਾਈ ਜਾਂਦੀ ਹੈ। ਹਾਂਜੀ, ਕੀ ਲਗਾਈ ਜਾਂਦੀ ਹੈ? ਮਹਿੰਦੀ। ਬਿਲਕੁਲ ਠੀਕ। ਨੰਬਰ 3, ਡੈਸ਼ ਦੇ ਪੱਤੇ ਸਵਾਦ ਵਿੱਚ ਕੌੜੇ ਹੁੰਦੇ ਹਨ। ਕਿਸ ਦੇ? ਨਿੰਮ। ਤੇ ਸਾਡਾ ਅਗਲਾ ਅਭਿਆਸ ਪ੍ਰਸ਼ਨ ਹੈ ਪ੍ਰਸ਼ਨ 6, ਸਹੀ ਉੱਤਰ ਅੱਗੇ ਠੀਕ ਦਾ ਨਿਸ਼ਾਨ ਲਗਾਓ। ਨੰਬਰ 1, ਪੌਦਿਆਂ ਦੇ ਪੱਤੇ ਕਿਸ ਰੁੱਤ ਵਿੱਚ ਝੜ ਜਾਂਦੇ ਹਨ? ਬਹਾਰ ਰੁੱਤ, ਵਰਖਾ ਰੁੱਤ ਜਾਂ ਪਤਝੜ ਰੁੱਤ? ਹਾਂਜੀ, ਬਿਲਕੁਲ ਠੀਕ। ਪਤਝੜ ਵਿੱਚ ਪੱਤੇ ਝੜ ਜਾਂਦੇ ਹਨ। ਨੰਬਰ 2, ਕਿਸ ਦਰਖਤ ਦਾ ਪੱਤਾ ਵੱਡਾ ਹੈ? ਟਾਹਲੀ, ਬੋੜ ਜਾਂ ਨਿੰਮ? ਹਾਂਜੀ ਬੱਚਿਓ, ਇਹ ਤਸਵੀਰ ਦੇਖ ਕੇ ਦੱਸੋ, ਟਾਹਲੀ, ਬੋੜ ਜਾਂ ਨਿੰਮ, ਕਿਸ ਦਾ ਪੱਤਾ ਵੱਡਾ ਹੈ? ਬਿਲਕੁਲ ਠੀਕ, ਬੋੜ ਦਾ ਪੱਤਾ ਵੱਡਾ ਹੈ। ਨੰਬਰ 3, ਕਿਹੜਾ ਪੱਤਾ ਚਟਨੀ ਬਣਾਉਣ ਲਈ ਵਰਤਿਆ ਜਾਂਦਾ ਹੈ? ਕੇਲਾ, ਪੁਦੀਨਾ ਜਾਂ ਅਮਰੂਦ? ਬਿਲਕੁਲ ਠੀਕ, ਪੁਦੀਨਾ ਚਟਨੀ ਬਣਾਉਣ ਲਈ ਵਰਤਿਆ ਜਾਂਦਾ ਹੈ। ਤੇ ਆਖਰੀ, ਹਾਂਜੀ, ਡੈਸ਼ ਤੋਂ ਖਾਦ ਬਣਾਈ ਜਾ ਸਕਦੀ ਹੈ? ਪੱਤਿਆਂ, ਇੱਟਾਂ ਜਾਂ ਪੋਲੀਥੀਨ? ਹਾਂਜੀ, ਅਸੀਂ ਪੜ ਚੁੱਕੇ ਹਾਂ ਪਾਠ ਵਿੱਚ ਪੱਤਿਆਂ ਤੋਂ ਖਾਦ ਬਣਾਈ ਜਾ ਸਕਦੀ ਹੈ। ਤੇ ਤੁਹਾਡਾ ਘਰ ਦਾ ਕੰਮ ਹੈ ਜਮਾਤ ਵਿੱਚ ਕੀਤੇ ਕੰਮ ਨੂੰ ਕਾਪੀ ਤੇ ਲਿਖਣਾ ਤੇ ਯਾਦ ਕਰਨਾ। हाँ जी प्यारे बच्चों, जमात चौथी पाठ 7 अवतार सिंह बिलिंग जी की लिखी हुई एक खूबसूरत ते सिक्ख्यादायक कहानी है नानी दी सिक्ख्या, जिसका आदर्श पाठ असीं पढ़ चुके हाँ। किवें लगी तुहानूं कहानी बच्चों? आया ना मजा? नाले सिक्ख्या भी देखो कितनी वधिया दित्ती है बई ਜਿਹੜੇ ਬੱਚੇ ਸਕੂਲ ਜਾਂਦੇ ਹਨ ਉਹ ਬਹੁਤ ਹੀ ਹੁਸ਼ਿਆਰ ਬਣ ਜਾਂਦੇ ਹਨ ਅਤੇ ਉਹ ਆਪਣਾ ਹਰ ਇੱਕ ਕੰਮ ਬੜਾ ਸੋਚ ਸਮਝ ਕੇ ਕਰਦੇ ਹਨ, ਹੈ ਕਿ ਨਹੀਂ? ਤਾਂ ਪਿਆਰੇ ਬੱਚਿਓ, ਇਸ ਆਦਰਸ਼ ਪਾਠ ਤੋਂ ਬਾਅਦ ਅੱਜ ਅਸੀਂ ਕਰਨੇ ਹਨ ਇਸ ਦੇ ਸ਼ਬਦ ਅਰਥ। ਇਸ ਲਈ ਸਭ ਤੋਂ ਪਹਿਲਾ ਸ਼ਬਦ ਅਸੀਂ ਲਵਾਂਗੇ ਚਾਅ ਚੜ੍ਹਨਾ। ਇਸ ਦਾ ਅਰਥ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਬੱਚਿਓ ਕਿ ਜਦੋਂ ਡੀਡੀ ਪੰਜਾਬੀ ਦੇ ਉੱਤੇ ਐਤਵਾਰ ਨੂੰ ਸਵੇਰੇ 9 ਵਜੇ ਨੰਨੇ ਉਸਤਾਦ ਪ੍ਰੋਗਰਾਮ ਆਉਂਦਾ ਹੈ ਤਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਭਲਾ? ਖੁਸ਼ੀ ਹੁੰਦੀ ਹੈ? ਕਿੰਨੀ ਕੋ? ਬਹੁਤ ਸਾਰੀ। ਹਾਂ, ਤਾਂ ਇਸੇ ਨੂੰ ਹੀ ਕਹਿੰਦੇ ਹਨ ਬੱਚਿਓ ਚਾਅ ਚੜ੍ਹਨਾ, ਭਾਵ ਬਹੁਤ ਜ਼ਿਆਦਾ ਖੁਸ਼ ਹੋਣਾ। ਬੁੱਧੂ ਨੂੰ ਵੀ ਨਾਨੀ ਦੇ ਘਰ ਜਾਣ ਵੇਲੇ ਚਾਅ ਚੜ੍ਹ ਗਿਆ ਸੀ। ਪਾਠ ਵਿੱਚ ਪੜਿਆ ਸੀ ਨਾ ਆਪਾਂ,
ਤੁਸੀਂ ਇਸ ਤਸਵੀਰ ਦੇ ਮਾਧਿਅਮ ਰਾਹੀਂ ਵੀ ਦੇਖ ਤੇ ਸਮਝ ਸਕਦੇ ਹੋ ਬੱਚਿਓ। ਇਹ ਸਾਰੇ ਬੱਚੇ ਜੋ ਖੁਸ਼ੀ ਵਿੱਚ ਛਾਲਾਂ ਮਾਰ ਰਹੇ ਹਨ, ਇਹਨਾਂ ਨੂੰ ਚਾਅ ਚੜਿਆ ਹੋਇਆ ਹੈ। ਬੱਚਿਓ ਅਗਲਾ ਸ਼ਬਦ ਹੈ ਖਹਿੜਾ ਚੜਾਉਣਾ। ਬੱਚਿਓ ਜਦੋਂ ਕਿ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਤਾਂ ਫਿਰ ਸਾਨੂੰ ਕਿਹੋ ਜਿਹਾ ਲੱਗਦਾ ਹੈ? ਬਹੁਤ ਭੈੜਾ ਲੱਗਦਾ ਹੈ। ਫਿਰ ਜਦੋਂ ਕੋਈ ਤੰਗ ਕਰੀ ਜਾਵੇ ਤਾਂ ਫਿਰ ਅੱਗੇ ਤੋਂ ਅਸੀਂ ਕੀ ਕਹਿੰਦੇ ਹਾਂ? ਮਗਰੋਂ ਲੈ। ਤਾਂ ਪਿਆਰੇ ਬੱਚਿਓ, ਖਹਿੜਾ ਛਡਾਉਣ ਦਾ ਅਰਥ ਵੀ ਇਹੀ ਹੁੰਦਾ ਹੈ ਕਿ ਮਗਰੋਂ ਲਾਉਣਾ। ਜਿਵੇਂ ਤੁਸੀਂ ਪਾਠ ਵਿੱਚ ਪੜ੍ਹਿਆ ਕਿ ਬੁੱਧੂ ਆਪਣੀ ਮਾਂ ਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਮੈਂ ਨਾਨਕੇ ਜਾਣਾ ਹੈ। ਤਾਂ ਮਾਂ ਨੇ ਅੱਕ ਕੇ ਉਸ ਤੋਂ ਖਹਿੜਾ ਛਡਾਉਣ ਭਾਵ ਮਗਰੋਂ ਲਾਉਣ ਲਈ ਕੀ ਕਿਹਾ ਸੀ ਭਲਾ? ਹਾਂ, ਬਿਲਕੁਲ ਸਹੀ, ਉੱਡ ਜਾ ਭਾਵ ਖਹਿੜਾ ਛੱਡ ਜਾਂ ਮਗਰੋਂ ਲੈ। ਕੰਨ ਪੁੱਟਣਾ। ਬੱਚਿਓ ਤੁਸੀਂ ਪਾਠ ਵਿੱਚ ਪੜ੍ਹਿਆ ਕਿ ਇੱਕ ਕਿਸਾਨ ਦੇ ਖੇਤ ਵਿੱਚ ਜਦੋਂ ਅੱਗ ਲੱਗੀ ਹੋਈ ਸੀ ਤਾਂ ਉੱਥੋਂ ਲੰਘਦਿਆਂ ਬੁੱਧੂ ਕਹਿੰਦਾ ਜਾ ਰਿਹਾ ਸੀ ਕਿ ਅਜਿਹੀ ਹਰੇਕ ਦੇ ਘਰ ਹੋਵੇ। ਤਾਂ ਦੁਖੀ ਕਿਸਾਨ ਨੇ ਉਸ ਦੀ ਇਸ ਮੂਰਖਤਾ ਤੇ ਬੁੱਧੂ ਦੇ ਖੂਬ ਕੰਨ ਪੁੱਟੇ ਸਨ ਤੇ ਉਸ ਨੂੰ ਸਮਝਾਇਆ ਸੀ ਕਿ ਇਸ ਤਰ੍ਹਾਂ ਨਹੀਂ ਬੋਲੀਦਾ। ਤਾਂ ਕੰਨ ਪੁੱਟਣ ਦਾ ਅਰਥ ਕੀ ਹੋਇਆ ਫਿਰ? ਮੱਤ ਦੇਣੀ ਜਾਂ ਸਖਤੀ ਨਾਲ ਸਮਝਾ ਦੇਣਾ। ਸਦਕੇ ਜਾਣਾ, ਇਹ ਸਾਡਾ ਅਗਲਾ ਸ਼ਬਦ ਹੈ। ਬੱਚਿਓ ਦੱਸੋ ਭਲਾ ਕਿ ਇਹ ਸ਼ਬਦ ਪਾਠ ਵਿੱਚ ਕਿੱਥੇ ਆਇਆ ਸੀ ਭਲਾ? ਹਾਂ, ਬਿਲਕੁਲ ਸਹੀ, ਜਦੋਂ ਬੁੱਧੂ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਮਾਂ ਕੱਲ ਨੂੰ ਮੈਂ ਪੜ੍ਹਨ ਲਈ ਸਕੂਲ ਜਾਵਾਂਗਾ, ਤਾਂ ਮਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਮਾਵਾਂ ਜਾਂ ਸਾਡੇ ਵੱਡੇ ਵਡੇਰੇ ਅਕਸਰ ਹੀ ਆਪਣਾ ਪਿਆਰ ਤੇ ਖੁਸ਼ੀ ਬੱਚਿਆਂ ਨਾਲ ਸਾਂਝੀ ਕਰਨ ਵੇਲੇ ਇਸ ਸ਼ਬਦ ਦਾ ਪ੍ਰਯੋਗ ਕਰਦੇ ਹਨ। ਜਿਵੇਂ ਕਿ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੇ ਬੱਚੇ ਤੋਂ ਕੁਰਬਾਨ ਜਾਂਦੀ ਹੋਈ ਆਪਣੇ ਹੱਥਾਂ ਦੀਆਂ ਮੁੱਠੀਆਂ ਬਣਾ ਕੇ ਆਪਣੇ ਕੰਨਾਂ ਕੋਲ ਲਿਜਾ ਰਹੀ ਹੈ। ਬਿਲਕੁਲ ਇਸ ਤਰ੍ਹਾਂ। ਸਾਡਾ ਆਖਰੀ ਸ਼ਬਦ ਹੈ ਬੁੱਕਲ ਵਿੱਚ ਲੈਣਾ। ਬੱਚਿਓ ਬੁੱਕਲ ਤੋਂ ਭਾਵ ਹੈ ਕੋਦੀ ਜਾਂ ਬਾਹਾਂ ਵਿੱਚ ਲੈਣਾ। ਬੱਚਿਓ ਤੁਹਾਡੇ ਮੰਮੀ ਪਾਪਾ, ਤੁਹਾਡੇ ਦਾਦਾ ਦਾਦੀ ਤੁਹਾਨੂੰ ਯਾਦ ਹੈ ਕਿ ਤੁਹਾਨੂੰ ਬੁੱਕਲ ਵਿੱਚ ਕਦੋਂ ਲੈਂਦੇ ਹਨ? ਬਿਲਕੁਲ ਸਹੀ, ਜਦੋਂ ਉਹ ਤੁਹਾਨੂੰ ਪਿਆਰ ਕਰਦੇ ਹਨ। ਤਾਂ ਬੁੱਕਲ ਵਿੱਚ ਲੈਣਾ ਦਾ ਅਰਥ ਕੀ ਹੋਇਆ ਫਿਰ? ਪਿਆਰ ਕਰਨਾ ਜਾਂ ਆਸਰਾ ਦੇਣਾ। ਤਾਂ ਇਹ ਸੀ ਬੱਚਿਓ ਪਾਠ ਵਿੱਚ ਆਏ ਕੁਝ ਸ਼ਬਦਾਂ ਦੇ ਅਰਥ। ਤਾਂ ਬੱਚਿਓ ਹੁਣ ਤੁਸੀਂ ਕਾਪੀ ਪੈਨ ਚੁੱਕ ਲਵੋ ਅਤੇ ਕੁਝ ਸ਼ਬਦ ਨੋਟ ਕਰੋ ਜਿਨ੍ਹਾਂ ਦੇ ਅਰਥ ਤੁਸੀਂ ਆਪ ਲੱਭਣੇ ਹਨ। ਇਹ ਸ਼ਬਦ ਹਨ ਨਿਕੰਮਾ, ਡਾਂਟਿਆ, ਅਰਥੀ, ਪੱਕੀ, ਅਕਲਮੰਦ। ਤਾਂ ਪਿਆਰੇ ਬੱਚਿਓ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਕਰੰਸੀ ਨੋਟਾਂ ਅਤੇ ਬੈਂਕ ਖਾਤੇ ਦੀ ਕਾਪੀ ਦੀ ਸਹਾਇਤਾ ਦੇ ਨਾਲ ਜੋੜ ਦੇ ਸਵਾਲਾਂ ਵਿੱਚ ਸਟਾਰ ਦੀ ਥਾਂ ਤੇ ਸੰਖਿਆ ਭਰਨੀ ਸਿੱਖਾਂਗੇ। ਤੇ ਆਓ ਸਿੱਖੀਏ। ਹਾਂਜੀ ਬੱਚਿਓ, ਇਹ ਹੈ ਗੁਰਨੂਰ ਦੇ ਬੈਂਕ ਖਾਤੇ ਦੀ ਕਾਪੀ। ਇਸ ਵਿੱਚ ਬੱਚਿਓ ਵੱਖ-ਵੱਖ ਮਿਤੀ ਨੂੰ ਜਮ੍ਹਾਂ ਕਰਾਈ ਰਾਸ਼ੀ ਅਤੇ ਬਕਾਇਆ ਰਾਸ਼ੀ ਦਿਖਾਈ ਗਈ ਹੈ। ਵੇਖੋ ਇਸ ਵਿੱਚ ਬੱਚਿਓ ਕਾਪੀ ਤੇ ਪਾਣੀ ਡਿੱਗਣ ਕਰਕੇ ਸਾਨੂੰ ਕੁਝ ਰਾਸ਼ੀ ਅਤੇ ਬਕਾਇਆ ਰਾਸ਼ੀ ਪਤਾ ਨਹੀਂ ਚੱਲ ਰਹੀ। ਫਿਰ ਅਸੀਂ ਬੱਚਿਓ ਜਿਹੜੀ ਰਾਸ਼ੀ ਸਾਨੂੰ ਪਤਾ ਨਹੀਂ ਚੱਲ ਰਹੀ ਉਹ ਅਸੀਂ ਪਤਾ ਕਰਦੇ ਹਾਂ। ਹਾਂਜੀ ਬੱਚਿਓ, ਦੇਖੋ ਸਭ ਤੋਂ ਪਹਿਲਾਂ 2407 ਰੁਪਏ ਜਮ੍ਹਾਂ ਕਰਵਾਏ ਗਏ ਹਨ। ਹਾਂਜੀ 2400, ਦਹਾਈ ਅੰਕ ਬੱਚਿਓ ਸਾਨੂੰ ਪਤਾ ਨਹੀਂ ਹੈ, ਤੇ 7 ਰੁਪਏ। ਇੱਕ ਦੇ 7 ਨੋਟ ਭਾਵ 7 ਇਕਾਈਆਂ। ਦਹਾਈ ਅੰਕ ਸਾਨੂੰ ਪਤਾ ਨਹੀਂ ਹੈ, ਅਸੀਂ ਪਤਾ ਕਰਨਾ ਹੈ। 100 ਦੇ 4 ਨੋਟ ਭਾਵ 4 ਸੈਂਕੜੇ। 2000 ਤੇ ਇੱਥੇ ਅਸੀਂ 2 ਲਿਖਾਂਗੇ। ਹਾਂਜੀ ਬੱਚਿਓ, ਅਗਲੀ ਵਾਰ ਗੁਰਨੂਰ ਨੇ 917 ਰੁਪਏ ਜਮ੍ਹਾਂ ਕਰਵਾਏ। 1000 ਅੰਕ ਸਾਨੂੰ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਕੋਈ ਕਰੰਸੀ ਨੋਟ ਨਹੀਂ ਲਵਾਂਗੇ। 900, 10, 7, 17 ਰੁਪਏ। ਇੱਕ ਦੇ 7 ਨੋਟ ਭਾਵ 7 ਇਕਾਈਆਂ। 10 ਦਾ 1 ਨੋਟ ਭਾਵ 1 ਦਹਾਈ। 100 ਦੇ 9 ਨੋਟ ਭਾਵ 9 ਸੈਂਕੜੇ। ਇੱਥੇ ਕਿੰਨੇ ਹਜ਼ਾਰ ਹਨ ਇਹ ਅਸੀਂ ਪਤਾ ਕਰਨਾ ਹੈ। ਤੀਸਰੀ ਵਾਰ ਬੱਚਿਓ ਗੁਰਨੂਰ ਨੇ 2000, 100, 54,
54 ਰੁਪਏ ਜਮ੍ਹਾਂ ਕਰਵਾਏ ਹਨ। ਹਾਂਜੀ ਬੱਚਿਓ, 1 ਦੇ 4 ਨੋਟ ਮਤਲਬ 4 ਇਕਾਈਆਂ, 10 ਦੇ 5 ਨੋਟ ਮਤਲਬ 5 ਦਹਾਈਆਂ, 100 ਮਤਲਬ 1 ਸੈਂਕੜਾ ਤੇ 2000 ਰੁਪਏ। ਬਕਾਇਆ ਰਾਸ਼ੀ ਵਿੱਚ ਬੱਚਿਓ ਸਾਨੂੰ ਦਿਖਾਈ ਦੇ ਰਿਹਾ ਹੈ ਕਿ 8500 ਕੁਝ ਰਾਸ਼ੀ ਹੈ, ਇਸ ਲਈ ਅਸੀਂ ਲਿਖਾਂਗੇ 8500 0 ਦਹਾਈਆਂ ਤੇ ਇਹ ਸਥਾਨ ਅਸੀਂ ਪਤਾ ਕਰਨਾ ਹੈ ਤੇ ਸਟਾਰ ਰੱਖਾਂਗੇ। ਹੁਣ ਬੱਚਿਓ ਅਸੀਂ ਇਕਾਈ ਸਥਾਨ ਦੇ ਕਰੰਸੀ ਨੋਟ ਗਿਣਨੇ ਸ਼ੁਰੂ ਕਰਦੇ ਹਾਂ। 1 2 3 4 5 6 7 8 9 10 10 1 11 12 13 14 15 16 17 18। ਬੱਚਿਓ 1 ਰੁਪਏ ਦੇ 10 ਨੋਟਾਂ ਦੇ ਬਦਲੇ ਮੈਂ ਲੈ ਲੈਣੀ ਹਾਂ 10 ਰੁਪਏ ਦਾ ਇੱਕ ਨੋਟ, ਕਿਉਂਕਿ 10 ਇਕਾਈਆਂ ਬਰਾਬਰ ਹੁੰਦਾ ਹੈ 1 ਦਹਾਈ ਤੇ ਇਹ ਦਹਾਈ ਬੱਚਿਓ ਅਸੀਂ ਰੱਖ ਦਿੰਦੇ ਹਾਂ ਦਹਾਈ ਵਾਲੇ ਖਾਨੇ ਵਿੱਚ, ਤੇ ਇੱਧਰ ਅਸੀਂ ਰੱਖਾਂਗੇ 1 ਦਹਾਈ। ਤੇ ਬੱਚਿਓ ਹੁਣ ਮੇਰੇ ਕੋਲ 1 ਰੁਪਏ ਦੇ 8 ਨੋਟ ਹਨ। 8 ਇਕਾਈਆਂ ਅਸੀਂ ਰੱਖਦੇ ਹਾਂ ਇਕਾਈ ਵਾਲੇ ਸਥਾਨ ਤੇ ਇਕਾਈ ਵਾਲੇ ਸਥਾਨ ਤੇ ਸਾਡੇ ਕੋਲ ਆ ਜਾਵੇਗਾ 8। ਹਾਂਜੀ ਬੱਚਿਓ, ਹੁਣ ਅਸੀਂ ਗਿਣਦੇ ਹਾਂ ਦਹਾਈ ਸਥਾਨ ਦੇ ਕਰੰਸੀ ਨੋਟ। 10 20 30 40 50 60 70। ਪਰ ਬੱਚਿਓ ਉੱਤਰ ਅਨੁਸਾਰ ਤਾਂ ਇੱਥੇ 0 ਦਹਾਈ ਹੈ, ਇਸ ਲਈ ਸਾਨੂੰ 10-10 ਰੁਪਏ ਦੇ ਹੋਰ ਨੋਟ ਚੁੱਕਣੇ ਪੈਣਗੇ। ਹੋਰ ਅਸੀਂ ਕਿੰਨੇ ਨੋਟ ਲਵਾਂਗੇ? 70 ਤੋਂ ਬਾਅਦ 80 90 100। ਹਾਂਜੀ ਬੱਚਿਓ, ਅਸੀਂ 10-10 ਦੇ ਹੋਰ ਕਿੰਨੇ ਨੋਟ ਚੁੱਕੇ? 3। ਇਸ ਲਈ ਅਸੀਂ ਇੱਥੇ ਲਿਖਾਂਗੇ ਬੱਚਿਓ 3। ਹੁਣ ਬੱਚਿਓ ਸਾਡੇ ਕੋਲ 10-10 ਦੇ ਹਨ 10 ਨੋਟ। 10-10 ਦੇ 10 ਨੋਟਾਂ ਦੇ ਬਦਲੇ ਮੈਂ ਲੈ ਲੈਣੀ ਹਾਂ 100 ਰੁਪਏ ਦਾ ਇੱਕ ਨੋਟ, ਕਿਉਂਕਿ 10 ਦਹਾਈਆਂ ਬਰਾਬਰ ਹੁੰਦਾ ਹੈ 1 ਸੈਂਕੜਾ ਤੇ ਸੈਂਕੜੇ ਨੂੰ ਅਸੀਂ ਰੱਖਾਂਗੇ ਸੈਂਕੜੇ ਦੇ ਸਥਾਨ ਤੇ ਇੱਧਰ ਆ ਜਾਵੇਗਾ ਬੱਚਿਓ ਸੈਂਕੜੇ ਸਥਾਨ ਤੇ 1। ਬੱਚਿਓ ਹੁਣ ਅਸੀਂ ਗਿਣਾਂਗੇ ਸੈਂਕੜੇ ਸਥਾਨ ਵਾਲੇ ਕਰੰਸੀ ਨੋਟ। 100 200 300 400 500 600 700 800 900 1000। 1100 1200 1300 1400 ਤੇ 1500। ਬੱਚਿਓ 100 ਰੁਪਏ ਦੇ 10 ਨੋਟਾਂ ਦੇ ਬਦਲੇ ਮੈਂ ਲੈ ਲੈਂਦੀ ਹਾਂ 1000 ਰੁਪਏ ਦਾ ਇੱਕ ਨੋਟ, ਕਿਉਂਕਿ 10 ਸੈਂਕੜੇ ਬਰਾਬਰ ਹੁੰਦਾ ਹੈ 1000। ਤੇ ਬੱਚਿਓ 1000 ਰੁਪਏ ਦਾ ਇਹ ਨੋਟ ਮੈਂ ਰੱਖ ਦਿੰਦੀ ਹਾਂ 1000 ਵਾਲੇ ਸਥਾਨ ਤੇ ਇੱਧਰ ਆਏਗਾ 1। ਹੁਣ ਬੱਚਿਓ ਸਾਡੇ ਕੋਲ 100 ਰੁਪਏ ਦੇ ਕਿੰਨੇ ਨੋਟ ਹਨ? 1 2 3 4 5। ਇਸ ਨੂੰ ਰੱਖਾਂਗੇ ਅਸੀਂ ਸੈਂਕੜੇ ਸਥਾਨ ਤੇ ਇੱਧਰ ਸਾਡੇ ਕੋਲ ਆ ਗਿਆ ਹੈ 5। ਹੁਣ ਬੱਚਿਓ ਅਸੀਂ ਗਿਣਾਂਗੇ 1000 ਵਾਲੇ ਸਥਾਨ ਦੇ ਕਰੰਸੀ ਨੋਟ। 1000 2000 3000 4000 5000। ਪਰ ਬੱਚਿਓ ਉੱਤਰ ਅਨੁਸਾਰ ਤੇ 8000 ਹੈ, ਇਸ ਲਈ ਸਾਨੂੰ 1000 ਰੁਪਏ ਦੇ ਕੁਝ ਹੋਰ ਨੋਟ ਲੈਣੇ ਪੈਣਗੇ। 5000 ਤੋਂ ਬਾਅਦ 6000 7000 8000। ਹੁਣ ਬੱਚਿਓ ਅਸੀਂ 1000 ਰੁਪਏ ਦੇ ਹੋਰ ਕਿੰਨੇ ਨੋਟ ਚੁੱਕੇ ਹਨ? 3 ਨੋਟ। ਇਸ ਲਈ ਇੱਧਰ ਅਸੀਂ ਲਿਖਾਂਗੇ 3000। ਹੁਣ ਬੱਚਿਓ ਇਹ 8000 ਅਸੀਂ ਰੱਖਦੇ ਹਾਂ 1000 ਵਾਲੇ ਸਥਾਨ ਤੇ। ਇਸ ਤਰ੍ਹਾਂ ਬੱਚਿਓ ਤੁਸੀਂ ਦੇਖਿਆ ਗੁਰਨੂਰ ਦੀ ਕਾਪੀ ਵਿੱਚ ਸੀ 8508 ਰੁਪਏ ਦੀ ਰਾਸ਼ੀ। ਬੱਚਿਓ ਇਸ ਤਰ੍ਹਾਂ ਅਸੀਂ ਜਿਹੜੇ ਸਵਾਲ ਵਿੱਚ ਸੰਖਿਆ ਦੇ ਅੰਕ ਨਹੀਂ ਦਿੱਤੇ ਹੋਏ ਉਹਨਾਂ ਨੂੰ ਅਸੀਂ ਅੱਗੇ ਗਿਣਤੀ ਪੜ੍ਹਦੇ ਹੋਏ ਪਤਾ ਕਰ ਸਕਦੇ ਹਾਂ। ਬੱਚਿਓ ਅੱਜ ਦੇ ਘਰ ਦੇ ਕੰਮ ਵਿੱਚ ਤੁਸੀਂ ਅਭਿਆਸ 2.2 ਦੇ ਬਾਕੀ ਸਵਾਲ ਹੱਲ ਕਰਨੇ ਹਨ। ਸੀ ਸਵਾਲ ਜਿਸ ਤਰ੍ਹਾਂ ਅਸੀਂ ਹੱਲ ਕੀਤਾ ਹੈ। Hello children, today we are going to read words having letters C and K and they are giving one sound. You know, we have already read words with ak, and ik, and today we are going to read more words with ok and having letters C and K in the middle. Let's read. Now let's read words with ok. Ok. Lock, lock. Rock, rock. Then
clock, clock, and frog, frog. Let's read again. Awk, lock, rock, clock, and frog. Now let's read words having letters C and K in the middle. Now words having letters C and K in the middle. Let's read bucket, bucket. Then pocket, 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 pocket. Jacket. This is a jacket, jacket. Then ticket, 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 ticket. Then we have cricket, cricket, cricket. So we have read so many words. Let's read again. Bucket, then pocket, then jacket, ticket, and last one is cricket. Let's revise all the categories having letters C and K. First of all, ack, sack, back, rack, pack, and black. Next is ack, neck, deck, and pack. Students, try to find out more words of these categories. Next is ick, pick, tick, lick, sick, thick, stick, click, trick, and chick. Next is awk, lock, clock, rock, and frog. And next one is having letters C and K in the middle. Bucket, pocket, ticket, jacket, and cricket. That's all for today. Now it's time for homework. And your homework is read these words again and again and write down all these words in your notebook. Keep learning. Thank you. ਚੌਥੀ ਜਮਾਤ ਦੇ ਪਿਆਰੇ ਬੱਚਿਓ, ਪਾਠ 7 ਪੌਦਿਆਂ ਦੀਆਂ ਜੜ੍ਹਾਂ ਵਿੱਚੋਂ ਆਓ ਬੱਚਿਆਂ ਅਤੇ ਬਜ਼ੁਰਗ ਵਿਚਾਲੇ ਹੋ ਰਹੀ ਗੱਲਬਾਤ ਨੂੰ ਪੰਨਾ ਨੰਬਰ 40 ਤੋਂ ਜਾਣੀਏ। ਕੀ ਇਹ ਪੌਦੇ ਜੜ੍ਹਾਂ ਤੋਂ ਬਗੈਰ ਸਨ? ਪੁੱਟ ਕੇ ਸੁੱਟੇ ਪੌਦਿਆਂ ਵੱਲ ਇਸ਼ਾਰਾ ਕਰਦਿਆਂ ਤੀਰਥ ਨੇ ਪੁੱਛਿਆ। ਨਹੀਂ ਬੱਚਿਓ, ਇਹ ਪੌਦੇ ਬਹੁਤ ਛੋਟੇ ਹਨ। ਇਹਨਾਂ ਦੀਆਂ ਜੜ੍ਹਾਂ ਛੋਟੀਆਂ ਹੁੰਦੀਆਂ ਹਨ। ਪੌਦਾ ਜਿਵੇਂ ਜਿਵੇਂ ਵੱਡਾ ਹੋ ਕੇ ਰੁੱਖ ਬਣਦਾ ਹੈ, ਉਸ ਦੀਆਂ ਜੜ੍ਹਾਂ ਧਰਤੀ ਵਿੱਚ ਫੈਲ ਜਾਂਦੀਆਂ ਹਨ। ਇਸ ਨਾਲ ਰੁੱਖ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ ਅਤੇ ਉਸ ਨੂੰ ਪੁੱਟਿਆ ਨਹੀਂ ਜਾ ਸਕਦਾ। ਬਜ਼ੁਰਗ ਆਦਮੀ ਨੇ ਜਵਾਬ ਦਿੱਤਾ। ਬੱਚਿਓ, ਇਹ ਇੱਕ ਰੁੱਖ ਦੀ ਤਸਵੀਰ ਹੈ। ਦੇਖੋ, ਇਸ ਦੀਆਂ ਜੜ੍ਹਾਂ ਕਿਵੇਂ ਧਰਤੀ ਵਿੱਚ ਫੈਲੀਆਂ ਹੋਈਆਂ ਹਨ। ਇਹਨਾਂ ਜੜ੍ਹਾਂ ਨੇ ਰੁੱਖ ਦੀ ਪਕੜ ਨੂੰ ਬਹੁਤ ਹੀ ਮਜ਼ਬੂਤ ਬਣਾ ਦਿੱਤਾ ਹੈ, ਜਿਸ ਨਾਲ ਇਸ ਰੁੱਖ ਨੂੰ ਕੋਈ ਵੀ ਨਹੀਂ ਪੁੱਟ ਸਕਦਾ।
ਬਾਬਾ ਜੀ, ਜੜਾਂ ਹੋਰ ਕੀ ਕਰਦੀਆਂ ਹਨ? ਸੁੱਖੇ ਨੇ ਪੁੱਛਿਆ। ਜਦੋਂ ਅਸੀਂ ਰੁੱਖ ਨੂੰ ਪਾਣੀ ਦਿੰਦੇ ਹਾਂ, ਜੜਾਂ ਉਸ ਪਾਣੀ ਨੂੰ ਸੋਖ ਲੈਂਦੀਆਂ ਹਨ। ਇਸ ਨਾਲ ਰੁੱਖ ਵੱਧਦਾ ਫੁੱਲਦਾ ਹੈ। ਬਜ਼ੁਰਗ ਨੇ ਜਵਾਬ ਦਿੱਤਾ। ਬੱਚਿਓ, ਤੁਸੀਂ ਸੋਚ ਰਹੇ ਹੋਵੋਗੇ ਕਿ ਜੜਾਂ ਪਾਣੀ ਕਿਵੇਂ ਸੋਖ ਸਕਦੀਆਂ ਹਨ। ਆਓ ਇੱਕ ਗਤੀਵਿਧੀ ਕਰਦੇ ਹਾਂ। ਦੇਖੋ ਬੱਚਿਓ, ਮੇਰੇ ਕੋਲ ਇੱਕ ਚਿੱਟੇ ਫੁੱਲਾਂ ਦਾ ਪੌਦਾ ਹੈ। ਇਹ ਪੌਦੇ ਦੀਆਂ ਜੜਾਂ ਹਨ। ਇਹ ਇੱਕ ਪਾਣੀ ਦਾ ਭਰਿਆ ਜੱਗ ਹੈ। ਮੈਂ ਇਸ ਜੱਗ ਵਿੱਚ ਨੀਲਾ ਰੰਗ ਮਿਲਾਇਆ ਅਤੇ ਜੜ ਵਾਲੇ ਪੌਦੇ ਨੂੰ ਰਾਤ ਭਰ ਲਈ ਇਸ ਰੰਗਦਾਰ ਪਾਣੀ ਵਿੱਚ ਛੱਡ ਦਿੱਤਾ। ਅਗਲੇ ਦਿਨ ਪਤਾ ਹੈ ਮੈਂ ਕੀ ਦੇਖਿਆ? ਅਗਲੇ ਦਿਨ ਮੈਂ ਦੇਖਿਆ ਤਾਂ ਚਿੱਟੇ ਫੁੱਲਾਂ ਦਾ ਰੰਗ ਨੀਲਾ ਹੋ ਚੁੱਕਿਆ ਸੀ। ਅਜਿਹਾ ਕਿਵੇਂ ਹੋਇਆ? ਅਜਿਹਾ ਇਸ ਕਰਕੇ ਹੋਇਆ ਕਿ ਜੜਾਂ ਨੇ ਰੰਗਦਾਰ ਪਾਣੀ ਨੂੰ ਸੋਖ ਕੇ ਪੌਦੇ ਦੇ ਹਰ ਭਾਗ ਤੱਕ ਪਹੁੰਚਾ ਦਿੱਤਾ, ਜਿਸ ਨਾਲ ਚਿੱਟੇ ਫੁੱਲਾਂ ਦਾ ਰੰਗ ਨੀਲਾ ਹੋ ਗਿਆ। ਠੀਕ ਹੈ ਬੱਚਿਓ, ਅੱਜ ਤੁਸੀਂ ਪੜ੍ਹਿਆ ਹੈ ਨੰਬਰ 1, ਜੜਾਂ ਪੌਦੇ ਨੂੰ ਮਿੱਟੀ ਵਿੱਚ ਜਕੜੀ ਰੱਖਦੀਆਂ ਹਨ। ਨੰਬਰ 2, ਜੜਾਂ ਧਰਤੀ ਵਿੱਚੋਂ ਪਾਣੀ ਚੂਸਦੀਆਂ ਹਨ। ਹੁਣ ਤੁਸੀਂ ਘਰ ਦਾ ਕੰਮ ਆਪਣੀਆਂ ਕਾਪੀਆਂ ਤੇ ਲਿਖ ਲਓ। ਆਪਣੇ ਘਰ ਦੇ ਨੇੜੇ ਲੱਗੇ ਰੁੱਖਾਂ ਨੂੰ ਪਹਿਚਾਣੋ ਅਤੇ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਰੁੱਖ ਲੱਭ ਕੇ ਉਸ ਬਾਰੇ ਹੇਠਾਂ ਪੁੱਛੀ ਜਾਣਕਾਰੀ ਲਿਖੋ। ਰੁੱਖ ਦਾ ਨਾਮ, ਅੰਦਾਜ਼ਨ ਕਿੰਨਾ ਪੁਰਾਣਾ ਹੈ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਦੀ ਪੰਜਾਬੀ ਦੀ ਆਨਲਾਈਨ ਕਲਾਸ ਦਾ ਸਾਡਾ ਉਪਵਿਸ਼ਾ ਹੈ ਕਹਾਣੀ ਵਿੱਚੋਂ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦੇਣਾ। ਤੇ ਆਓ ਫਿਰ ਪਹਿਲਾਂ ਪੈਰਾ ਪੜ੍ਹਦੇ ਹਾਂ। ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤਿਤਲੀ ਉੱਡੀ ਤੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਡੱਬੇ ਖਰਗੋਸ਼ ਦਾ ਹਾਲੇ ਕਿਧਰੇ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ। ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਉਹ ਕੁਝ ਚਿਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਵੱਲ ਉੱਡ ਪਈ। ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ। ਇੱਕ ਘੁਰਨੇ ਕੋਲ ਬੈਠਾ ਇੱਕ ਬੁੱਢਾ ਖਰਗੋਸ਼ ਚੁੱਪਚਾਪ ਤਿਤਲੀ ਨੂੰ ਵੇਖਦਾ ਰਿਹਾ। ਤਿਤਲੀ ਉਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ। ਬੱਚਿਓ, ਆਓ ਅਸੀਂ ਹੁਣ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਤਿਤਲੀ ਉੱਡ ਕੇ ਕਿੱਥੇ ਪਹੁੰਚ ਗਈ? ਅਸੀਂ ਪੜ੍ਹਿਆ ਹੈ ਕਿ ਡੱਬਾ ਖਰਗੋਸ਼ ਦੌੜ ਮੁਕਾਬਲੇ ਵਿੱਚ ਤਿਤਲੀ ਨਾਲੋਂ ਅੱਗੇ ਭੱਜ ਰਿਹਾ ਸੀ, ਪਰ ਅੱਗੇ ਝੀਲ ਆ ਜਾਣ ਕਾਰਨ ਉਸ ਨੂੰ ਝੀਲ ਘੁੰਮ ਕੇ ਪਾਰ ਕਰਨੀ ਪਈ। ਪਰ ਤਿਤਲੀ ਨੇ ਉੱਡ ਕੇ ਝੀਲ ਪਾਰ ਕਰ ਲਈ। ਤੇ ਫਿਰ ਇਸ ਪ੍ਰਸ਼ਨ ਦੇ ਉੱਤਰ ਵਿੱਚ ਅਸੀਂ ਲਿਖਾਂਗੇ, ਤਿਤਲੀ ਉੱਡ ਕੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਸਾਡਾ ਅਗਲਾ ਪ੍ਰਸ਼ਨ ਹੈ, ਝੀਲ ਦੇ ਅਗਲੇ ਪਾਰ ਸਾਹਮਣੇ ਕੀ ਸੀ? ਬੱਚਿਓ, ਪਹਿਲਾਂ ਕੀਤੇ ਗਏ ਪ੍ਰਸ਼ਨ ਤੋਂ ਅਸੀਂ ਜਾਣ ਚੁੱਕੇ ਹਾਂ ਕਿ ਤਿਤਲੀ ਉੱਡ ਕੇ ਝੀਲ ਦੇ ਪਾਰ ਪਹੁੰਚ ਗਈ ਸੀ ਤੇ ਝੀਲ ਦੇ ਸਾਹਮਣੇ ਫੁੱਲਾਂ ਦੀ ਵਾਦੀ ਸੀ। ਇਸ ਲਈ ਸਾਡੇ ਪ੍ਰਸ਼ਨ ਦਾ ਉੱਤਰ ਹੈ, ਝੀਲ ਦੇ ਅਗਲੇ ਪਾਰ ਸਾਹਮਣੇ ਫੁੱਲਾਂ ਦੀ ਵਾਦੀ ਸੀ। ਸਾਡਾ ਅਗਲਾ ਪ੍ਰਸ਼ਨ ਹੈ, ਫੁੱਲਾਂ ਦੀ ਵਾਦੀ ਵਿੱਚ ਕੀ ਸੀ? ਬੱਚਿਓ, ਪੈਰੇ ਵਿੱਚੋਂ ਹੀ ਇਸ ਪ੍ਰਸ਼ਨ ਦਾ ਉੱਤਰ ਸਪਸ਼ਟ ਪਤਾ ਲੱਗ ਰਿਹਾ ਹੈ ਕਿ ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਤੇ ਆਓ ਫਿਰ ਇਸ ਦਾ ਉੱਤਰ ਲਿਖੀਏ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਸਾਡਾ ਅਗਲਾ ਪ੍ਰਸ਼ਨ ਹੈ, ਬੁੱਢਾ ਖਰਗੋਸ਼ ਕੀ ਕਰ ਰਿਹਾ ਸੀ? ਬੱਚਿਓ, ਜਦੋਂ ਤਿਤਲੀ ਝੀਲ ਦੇ ਅਗਲੇ ਪਾਰ ਪਹੁੰਚੀ ਤਾਂ ਉਸਨੇ ਉੱਥੇ ਖਰਗੋਸ਼ਾਂ ਦੇ ਬਹੁਤ ਸਾਰੇ ਘੁਰਨੇ ਦੇਖੇ ਤੇ ਇੱਕ ਘੁਰਨੇ ਦੇ ਬਾਹਰ ਇੱਕ ਬੁੱਢਾ ਖਰਗੋਸ਼ ਬੈਠਾ ਸੀ ਜੋ ਕਿ
ਚੁੱਪਚਾਪ ਤਿਤਲੀ ਨੂੰ ਦੇਖ ਰਿਹਾ ਸੀ ਤੇ ਇਸ ਦਾ ਉੱਤਰ ਅਸੀਂ ਇਸ ਤਰ੍ਹਾਂ ਲਿਖਦੇ ਹਾਂ। ਬੁੱਢਾ ਖਰਗੋਸ਼ ਇੱਕ ਘੁਰਨੇ ਕੋਲ ਬੈਠਾ ਚੁੱਪਚਾਪ ਤਿਤਲੀ ਨੂੰ ਵੇਖ ਰਿਹਾ ਸੀ। ਤੇ ਬੱਚਿਓ, ਆਓ ਹੁਣ ਅਸੀਂ ਕੀਤੇ ਗਏ ਕੰਮ ਦੀ ਦੁਹਰਾਈ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਤਿਤਲੀ ਉੱਡ ਕੇ ਕਿੱਥੇ ਪਹੁੰਚ ਗਈ? ਤਿਤਲੀ ਉੱਡ ਕੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਝੀਲ ਦੇ ਅਗਲੇ ਪਾਰ ਸਾਹਮਣੇ ਕੀ ਸੀ? ਝੀਲ ਦੇ ਅਗਲੇ ਪਾਰ ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਕੀ ਸੀ? ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਬੁੱਢਾ ਖਰਗੋਸ਼ ਕੀ ਕਰ ਰਿਹਾ ਸੀ? ਬੁੱਢਾ ਖਰਗੋਸ਼ ਇੱਕ ਘੁਰਨੇ ਕੋਲ ਬੈਠਾ ਚੁੱਪਚਾਪ ਤਿਤਲੀ ਨੂੰ ਵੇਖ ਰਿਹਾ ਸੀ। ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ ਪੰਨਾ ਨੰਬਰ 43 ਤੇ ਆਏ ਪ੍ਰਸ਼ਨ ਉੱਤਰ ਆਪਣੀ ਕਾਪੀ ਤੇ ਸੋਹਣੇ ਕਰਕੇ ਲਿਖਣੇ ਹਨ। ਪਿਆਰੇ ਬੱਚਿਓ, ਜਮਾਤ 5ਵੀਂ ਵਿਸ਼ਾ ਗਣਿਤ ਵਿੱਚ ਅਭਿਆਸ 2.3 ਆਪਾਂ ਕਰ ਰਹੇ ਹਾਂ। ਬੱਚਿਓ, ਅਭਿਆਸ 2.3 ਵਿੱਚ ਅੱਜ ਆਪਾਂ ਦਿੱਤੀ ਹੋਈ ਸੰਖਿਆ ਤੋਂ ਵੱਧ ਮੁੱਲ ਦੀ ਸੰਖਿਆ ਪਤਾ ਕਿਵੇਂ ਕਰੀਦੀ ਹੈ ਅਤੇ ਦਿੱਤੀ ਹੋਈ ਸੰਖਿਆ ਤੋਂ ਘੱਟ ਮੁੱਲ ਦੀ ਸੰਖਿਆ ਕਿਵੇਂ ਪਤਾ ਕਰੀਦੀ ਹੈ, ਦੋਹਾਂ ਬਾਰੇ ਸਿੱਖਾਂਗੇ। ਪਿਆਰੇ ਬੱਚਿਓ, ਮੇਰੇ ਕੋਲ ਇੱਥੇ 3 ਘੜੀਆਂ ਹਨ। ਇਸ ਘੜੀ ਦੀ ਕੀਮਤ 22,654 ਰੁਪਏ ਹੈ ਅਤੇ ਇਸ ਦੇ ਸੱਜੇ ਪਾਸੇ ਵਾਲੀ ਘੜੀ ਦੀ ਕੀਮਤ ਇਸ ਘੜੀ ਦੀ ਕੀਮਤ ਨਾਲੋਂ 1,341 ਰੁਪਏ ਵੱਧ ਹੈ। ਖੱਬੇ ਪਾਸੇ ਵਾਲੀ ਘੜੀ ਦੀ ਕੀਮਤ ਇਸ ਘੜੀ ਦੀ ਕੀਮਤ ਨਾਲੋਂ 1,341 ਰੁਪਏ ਘੱਟ ਹੈ। ਬੱਚਿਓ, ਅੱਜ ਆਪਾਂ ਵੱਧ ਮੁੱਲ ਅਤੇ ਘੱਟ ਮੁੱਲ ਦੀ ਘੜੀ ਦੀ ਕੀਮਤ ਪਤਾ ਕਰਾਂਗੇ। ਬੱਚਿਓ, ਆਜੋ ਆਪਾਂ 22,654 ਰੁਪਏ ਮੁੱਲ ਦੀ ਇਸ ਘੜੀ ਦੀ ਕੀਮਤ ਨੂੰ ਸਥਾਨਕ ਮੁੱਲ ਸਾਰਣੀ ਰਾਹੀਂ ਦੇਖੀਏ ਅਤੇ ਇਸ ਤੋਂ 1,341 ਰੁਪਏ ਵੱਧ ਮੁੱਲ ਦੀ ਘੜੀ ਦੀ ਕੀਮਤ ਵੀ ਪਤਾ ਕਰੀਏ। ਇਸ ਘੜੀ ਦੀ ਕੀਮਤ ਵਿੱਚ ਬੱਚਿਓ ਸਾਡੇ ਕੋਲ 1 ਰੁਪਏ ਦੇ 4 ਨੋਟ ਭਾਵ 4 ਇਕਾਈਆਂ, 10 ਰੁਪਏ ਦੇ 5 ਨੋਟ ਭਾਵ 5 ਦਹਾਈਆਂ, 100 ਰੁਪਏ ਦੇ 6 ਨੋਟ, 600 ਰੁਪਏ ਭਾਵ 6 ਸੈਂਕੜੇ, 2000 ਰੁਪਏ ਭਾਵ 2000 ਅਤੇ 10,000 ਦੇ 2 ਨੋਟ ਭਾਵ 22,654 ਰੁਪਏ ਹਨ। ਬੱਚਿਓ, ਇਸ ਘੜੀ ਦੀ ਕੀਮਤ ਪਤਾ ਕਰਨ ਲਈ ਜੋ ਕਿ 22,654 ਤੋਂ 1,341 ਵੱਧ ਹੈ, ਅਸੀਂ ਇਸ ਵਿੱਚ 1,341 ਰੁਪਏ ਹੋਰ ਮਿਲਾ ਦੇਵਾਂਗੇ। ਅਸੀਂ 1 ਰੁਪਏ ਦਾ 1 ਨੋਟ ਭਾਵ 1 ਇਕਾਈ, 10 ਰੁਪਏ ਦੇ 4 ਨੋਟ ਭਾਵ 4 ਦਹਾਈਆਂ, 100 ਰੁਪਏ ਦੇ 3 ਨੋਟ ਭਾਵ 3 ਸੈਂਕੜੇ ਅਤੇ 1,341 ਰੁਪਏ ਹੋਰ ਮਿਲਾ ਦੇਵਾਂਗੇ। ਹੁਣ ਇਹਨਾਂ ਸਾਰੇ ਰੁਪਈਆਂ ਨੂੰ ਇਕਾਈਆਂ ਵੱਲੋਂ ਗਿਣਦੇ ਹਾਂ। ਸਾਡੇ ਕੋਲ 1 ਰੁਪਏ ਦੇ 1, 2, 3, 4, 5 ਨੋਟ ਭਾਵ 5 ਇਕਾਈਆਂ, 10 ਰੁਪਏ ਦੇ 10, 20, 30, 40, 50, 60, 70, 80, 90 ਭਾਵ 9 ਨੋਟ, 9 ਦਹਾਈਆਂ। 100 ਰੁਪਏ ਦੇ ਨੋਟ ਗਿਣਦੇ ਹਾਂ। 100, 200, 300, 400, 500, 600, 700, 800, 900 ਰੁਪਏ ਭਾਵ 9 ਸੈਂਕੜੇ। 1000 ਰੁਪਏ ਦੇ 3 ਨੋਟ ਭਾਵ 3000 ਅਤੇ 10,000 ਦੇ 2 ਨੋਟ 23,995 ਰੁਪਏ ਹਨ। ਇਸ ਦਾ ਮਤਲਬ ਬੱਚਿਓ, ਇਸ ਘੜੀ ਦੀ ਕੀਮਤ ਕਿੰਨੀ ਹੋਈ? ਵੈਰੀ ਗੁੱਡ। ਇਸ ਘੜੀ ਦੀ ਕੀਮਤ 23,995 ਰੁਪਏ ਹੈ। ਬੱਚਿਓ, ਇਸ ਤੋਂ ਤੁਹਾਨੂੰ ਕੀ ਪਤਾ ਲੱਗਿਆ ਕਿ ਜਦੋਂ ਕਿਸੇ ਵਸਤੂ ਦੀ ਕੀਮਤ ਨਾਲੋਂ ਵੱਧ ਮੁੱਲ ਦੀ ਵਸਤੂ ਦੀ ਕੀਮਤ ਪਤਾ ਕਰਨੀ ਹੈ ਤਾਂ ਅਸੀਂ ਕੀ ਕਰਦੇ ਹਾਂ? ਜੋੜ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇੱਥੇ 22,654 ਦੇ ਵਿੱਚ 1,341 ਨੂੰ ਜੋੜਿਆ ਹੈ।
ਬੱਚਿਓ ਇਸ ਘੜੀ ਦੀ ਕੀਮਤ ਨਾਲੋਂ ਇਹ ਘੜੀ 1341 ਰੁਪਏ ਘੱਟ ਮੁੱਲ ਦੀ ਹੈ। ਇਸ ਲਈ ਅਸੀਂ 1 ਰੁਪਏ ਦਾ ਇੱਕ ਨੋਟ ਭਾਵ ਇੱਕ ਇਕਾਈ, 10 ਰੁਪਏ ਦੇ 1, 2, 3, 4 ਨੋਟ ਭਾਵ 4 ਦਹਾਈਆਂ, 100 ਰੁਪਏ ਦੇ 1, 2, 3 ਨੋਟ ਭਾਵ 3 ਸੈਂਕੜੇ ਅਤੇ 1000 ਰੁਪਏ ਦਾ ਇੱਕ ਨੋਟ 1341 ਰੁਪਏ ਕੱਢ ਲਵਾਂਗੇ। ਹੁਣ ਦੇਖਦੇ ਹਾਂ ਸਾਡੇ ਕੋਲ ਕਿੰਨੀ ਕੀਮਤ ਬਾਕੀ ਬਚੀ ਹੈ। ਬੱਚਿਓ ਸਾਡੇ ਕੋਲ 1 ਰੁਪਏ ਦੇ 1, 2, 3 ਨੋਟ ਭਾਵ 3 ਇਕਾਈਆਂ, 10 ਰੁਪਏ ਦਾ ਇੱਕ ਨੋਟ ਭਾਵ 1 ਦਹਾਈ, 100 ਰੁਪਏ ਦੇ 3 ਨੋਟ ਭਾਵ 3 ਸੈਂਕੜੇ, 1000 ਰੁਪਏ ਦਾ ਇੱਕ ਨੋਟ ਅਤੇ 10,000 ਦੇ 2 ਨੋਟ 21,313 ਰੁਪਏ ਹਨ। ਇਸ ਦਾ ਮਤਲਬ ਬੱਚਿਓ ਇਸ ਘੜੀ ਦੀ ਕੀਮਤ ਕਿੰਨੀ ਹੈ? ਇਸ ਘੜੀ ਦੀ ਕੀਮਤ 21,313 ਰੁਪਏ ਹੈ। ਬੱਚਿਓ ਇਸ ਘੜੀ ਦੀ ਕੀਮਤ ਪਤਾ ਕਰਨ ਲਈ ਅਸੀਂ ਕੀ ਕੀਤਾ ਸੀ? ਅਸੀਂ 22,654 ਵਿੱਚੋਂ 1,341 ਨੂੰ ਘਟਾਓ ਕੀਤਾ ਹੈ। ਪਿਆਰੇ ਬੱਚਿਓ ਇਸ ਪ੍ਰਕਾਰ ਅਸੀਂ ਦੇਖਿਆ ਕਿ ਕਿਸੇ ਵਸਤੂ ਦੀ ਕੀਮਤ ਨਾਲੋਂ ਵੱਧ ਮੁੱਲ ਦੀ ਕੀਮਤ ਪਤਾ ਕਰਨ ਦੇ ਲਈ ਅਸੀਂ ਜੋੜ ਕਰਦੇ ਹਾਂ। ਕਿਸੇ ਵਸਤੂ ਦੀ ਕੀਮਤ ਨਾਲੋਂ ਘੱਟ ਮੁੱਲ ਦੀ ਕੀਮਤ ਪਤਾ ਕਰਨ ਦੇ ਲਈ ਅਸੀਂ ਹਮੇਸ਼ਾ ਘਟਾਓ ਕਰਦੇ ਹਾਂ। ਪਿਆਰੇ ਬੱਚਿਓ ਹੁਣ ਵਾਰੀ ਏ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਤੁਸੀਂ ਅਭਿਆਸ 2.3 ਦਾ 7ਵਾਂ ਸਵਾਲ ਉਹ ਸੰਖਿਆ ਪਤਾ ਕਰੋ ਦਾ A ਅਤੇ B ਦੋਹੇ ਭਾਗ ਹੱਲ ਕਰਨੇ ਹਨ। ਵੱਧ ਸਮੇਂ ਤੁਸੀਂ ਜੋੜ ਕਰਨਾ ਹੈ ਅਤੇ ਘੱਟ ਸਮੇਂ ਤੁਸੀਂ ਕੀ ਕਰਨਾ ਹੈ? ਘਟਾਓ ਕਰਨੀ ਹੈ। ਇਸੇ ਪ੍ਰਕਾਰ ਇਸ ਦੇ 8ਵੇਂ ਸਵਾਲ ਵਿੱਚ ਵੀ ਤੁਸੀਂ ਵੱਧ ਸਮੇਂ ਜੋੜ ਕਰਨਾ ਹੈ ਅਤੇ ਕੰਪਿਊਟਰ ਅਤੇ ਲੈਪਟਾਪ ਦਾ ਕੁੱਲ ਮੁੱਲ ਪਤਾ ਕਰਨ ਸਮੇਂ ਦੋਹੇ ਮੁੱਲ ਜੋੜਨੇ ਹਨ। ਧੰਨਵਾਦ। Dear students, today my topic is make new words from the given word. We will learn to make as many words as we can using the letters of the given word. We can also repeat the letters, but the most important thing is that the word should be meaningful. Okay? So let's start this interesting topic. Here the given word is advancement. Advancement, it means growth or progress. Now we have to make new words by rearranging the letters of the original word. Look at the word carefully and try to find out. Okay? We start by making simple 3-letter words. Here, V-A-N, van. V-A-N, van. Right? Next is M-A-N, man. Next word is M-A-N, man. Now, can you guess more words? Let's check. Here, A-N-T, ant. A-N-T, ant. Next is N-A-E-M, name. Is it right? No. N-A-M-E, name. Now, this is the correct word. Again, we start from letter N. Next word is N-E-E-D, need. Right? Next word is need. I need
a blue pencil. Okay? Isn't it interesting? Let's find some more words. Now we start from C. Okay? C A V E. Cave. C A V E. Cave. Okay? Here, let's try letter T. T E A M. And the word is team. T E A M. Team. Next is, okay, I give you a hint. Most of the children like to dance. D-A-N-C-E. Dance. Do you like to dance? Okay. D-A-N-C-E. Dance. Next is V-A-C-A-N-T. Vacant. V-A-C-A-N-T. Vacant. Vacant means empty. Okay? Here I can notice two more words. Advance and cement. Right? C E M E N and T. Cement. And last word is A D V A N C E. Advance. Dear children, it's not an end of the list. You can still make some more words. Okay? And your homework is try to make more words from these letters. That's all for today. Thank you. ਬੱਚਿਓ ਅੱਜ ਅਸੀਂ ਵਾਤਾਵਰਣ ਵਿਸ਼ੇ ਦੇ ਪਾਠ 6ਵਾਂ ਧਰਤੀ ਸਾਡਾ ਵੀ ਘਰ ਦੇ ਉਪ ਵਿਸ਼ੇ ਸੰਕਟ ਵਿੱਚ ਬਾਗ ਅਤੇ ਬਾਗ ਪਰਿਯੋਜਨਾ ਬਾਰੇ ਗੱਲ ਕਰਾਂਗੇ। ਸੰਕਟ ਵਿੱਚ ਬਾਗ। ਬੱਚਿਓ ਤੁਸੀਂ ਦੇਖਿਆ ਹੋਵੇਗਾ ਕਿ ਬਾਗਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਬਹੁਤ ਘਟਦੀ ਜਾ ਰਹੀ ਹੈ। ਲੋਕ ਆਪਣੇ ਸ਼ੌਕਾਂ ਨੂੰ ਪੂਰਾ ਕਰਨ ਦੀ ਖਾਤਰ ਇਹਨਾਂ ਮਾਸੂਮ ਜੀਵਾਂ ਦਾ ਸ਼ਿਕਾਰ ਕਰ ਰਹੇ ਹਨ। ਸੋ ਇਹਨਾਂ ਤੇ ਸੰਕਟ ਦਾ ਸਭ ਤੋਂ ਪਹਿਲਾ ਜੋ ਕਾਰਨ ਹੈ ਉਹ ਹੈ ਲੋਕਾਂ ਦੇ ਸ਼ੌਂਕ। ਇੰਨਾ ਕੁਸ਼ਲ ਅਤੇ ਤੇਜ਼ ਜਾਨਵਰ ਹੁੰਦੇ ਹੋਏ ਵੀ ਬਾਘ ਕੁਝ ਲਾਲਚੀ ਮਨੁੱਖਾਂ ਦਾ ਸ਼ਿਕਾਰ ਬਣ ਰਿਹਾ ਹੈ। ਬੱਚਿਓ ਲੋਕ ਆਪਣੇ ਸ਼ੌਂਕਾਂ ਨੂੰ ਪੂਰਾ ਕਰਨ ਦੀ ਖਾਤਰ ਇਹਨਾਂ ਮਾਸੂਮ ਜੀਵਾਂ ਦੀ ਹੱਤਿਆ ਕਰ ਰਹੇ ਹਨ। ਤਾਂ ਇਹਨਾਂ ਤੇ ਸਭ ਤੋਂ ਸੰਕਟ ਦਾ ਜੋ ਪਹਿਲਾ ਕਾਰਨ ਹੈ ਉਹ ਲੋਕਾਂ ਦੇ ਸ਼ੌਂਕ ਹਨ। ਦੂਸਰਾ ਜੋ ਕਾਰਨ ਹੈ ਬੱਚਿਓ ਉਹ ਹੈ ਇਹਨਾਂ ਦੀ ਖੱਲ। ਤੁਸੀਂ ਦੇਖਿਆ ਹੋਵੇਗਾ ਨਾ, ਇਹਨਾਂ ਦੀ ਖੱਲ ਬਹੁਤ ਹੀ ਸੁੰਦਰ ਹੁੰਦੀ ਹੈ ਅਤੇ ਬਹੁਤ ਹੀ ਮੁਲਾਇਮ ਵੀ ਹੁੰਦੀ ਹੈ। ਸੋ ਬੱਚਿਓ ਇਹਨਾਂ ਦੀ ਧਾਰੀਦਾਰ ਖੱਲ ਦੇਖਣ ਵਿੱਚ ਬਹੁਤ ਸੁੰਦਰ ਲੱਗਦੀ ਹੈ। ਇਹਨਾਂ ਦੀ ਖੱਲ ਤੋਂ ਕੋਟ, ਬੈਗ ਅਤੇ ਹੋਰ ਪਹਿਨਣ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ। ਸੋ ਬੱਚਿਓ ਕੁਝ ਲੋਕ ਕੋਟ ਅਤੇ ਬੈਗ ਬਣਾਉਣ ਲਈ ਵੀ ਬਾਘਾਂ ਨੂੰ ਮਾਰ ਰਹੇ ਹਨ। ਸੋ ਸਾਡਾ ਜੋ ਤੀਸਰਾ ਕਾਰਨ ਹੈ, ਜੋ ਤੀਸਰਾ ਇਹਨਾਂ ਤੇ ਸੰਕਟ ਹੈ ਉਹ ਹੈ ਅੰਧ ਵਿਸ਼ਵਾਸ। ਕਈ ਲੋਕ ਬੱਚਿਓ ਅੰਧ ਵਿਸ਼ਵਾਸੀ ਹੁੰਦੇ ਹਨ। ਉਹ ਬਹੁਤ ਹੀ ਵਹਿਮਾਂ ਭਰਮਾਂ ਵਿੱਚ ਆਪਣਾ ਜੀਵਨ ਬਿਤਾਉਂਦੇ ਹਨ ਤੇ ਕੁਝ ਅੰਧ ਵਿਸ਼ਵਾਸੀ ਲੋਕ ਹੀ ਟੂਣੇ ਟੋਟਕਿਆਂ ਲਈ ਬਾਘਾਂ ਨੂੰ ਮਾਰ ਰਹੇ ਹਨ। ਆਓ ਹੁਣ ਬਾਘਾਂ ਦੀ ਗਿਣਤੀ ਨੂੰ ਇੱਕ ਸੂਚੀ ਰਾਹੀਂ ਦਰਸਾਉਂਦੇ ਹਾਂ। ਸਨ 1990 ਦੇ ਵਿੱਚ ਬਾਘਾਂ ਦੀ ਗਿਣਤੀ ਲਗਭਗ 1 ਲੱਖ ਸੀ। 2008 ਦੇ ਵਿੱਚ ਇਹ ਲਗਭਗ 1411 ਸੀ ਅਤੇ ਅੱਜ ਕੱਲ੍ਹ ਇਹਨਾਂ ਦੀ ਗਿਣਤੀ ਲਗਭਗ 3890 ਹੈ। ਹੁਣ ਅਸੀਂ ਬਾਘ ਪਰਿਯੋਜਨਾ ਬਾਰੇ ਗੱਲ ਕਰਦੇ ਹਾਂ। ਬਾਘ ਪਰਿਯੋਜਨਾ ਦਾ ਆਰੰਭ 1 ਅਪ੍ਰੈਲ 1973 ਨੂੰ ਬਾਘ ਪਰਿਯੋਜਨਾ ਦਾ ਆਰੰਭ ਕੀਤਾ ਗਿਆ। ਇਸ ਦਾ ਉਦੇਸ਼ ਬਾਘਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਸੀ ਅਤੇ ਇਹਨਾਂ ਦੇ ਸ਼ਿਕਾਰ ਤੇ ਪਾਬੰਦੀ ਲਗਾਉਣਾ ਸੀ। ਬਾਘ ਪਰਿਯੋਜਨਾ ਅਧੀਨ ਆਏ 9 ਖੇਤਰ। ਸਭ ਤੋਂ ਪਹਿਲਾ ਖੇਤਰ ਹੈ ਜਿਮ ਕਾਰਬੈਟ। ਉਹ ਕਿਹੜੇ ਰਾਜ ਵਿੱਚ ਹੈ? ਉੱਤਰਾਖੰਡ। ਦੂਸਰਾ ਨਕਸ਼ੇ ਦੇ ਵਿੱਚ ਕਿਹੜਾ ਰਾਜ ਹੈ?
ਰਾਜਸਥਾਨ, ਰਾਜਸਥਾਨ ਦੇ ਵਿੱਚ ਕਿਹੜਾ ਖੇਤਰ ਹੈ? ਰਣਥੰਭੌਰ। ਨੰਬਰ 3 ਪਲਾਮੂ, ਪਲਾਮੂ ਖੇਤਰ ਕਿਹੜੇ ਰਾਜ ਵਿੱਚ ਹੈ? ਬਿਹਾਰ। ਨੰਬਰ 4 ਕਾਨਾ, ਕਾਨਾ ਬੱਚਿਓ ਕਿਹੜੇ ਰਾਜ ਵਿੱਚ ਹੈ? ਨਕਸ਼ੇ ਦੇ ਵਿੱਚ ਦਿੱਤਾ ਹੋਇਆ ਹੈ, ਹਾਂਜੀ ਮੱਧ ਪ੍ਰਦੇਸ਼। ਪੰਜਵਾਂ ਖੇਤਰ ਹੈ ਸੁੰਦਰਵਨ, ਸੁੰਦਰਵਨ ਖੇਤਰ ਕਿਹੜੇ ਰਾਜ ਵਿੱਚ ਹੈ? ਪੱਛਮੀ ਬੰਗਾਲ। ਛੇਵਾਂ ਖੇਤਰ ਹੈ ਮੇਲਾਕਾਟ, ਮੇਲਾਕਾਟ ਬੱਚਿਓ ਕਿਹੜੇ ਰਾਜ ਵਿੱਚ ਹੈ? ਮਹਾਰਾਸ਼ਟਰ, ਸ਼ਾਬਾਸ਼। ਨੰਬਰ 7 ਉੜੀਸਾ ਰਾਜ ਦੇ ਵਿੱਚ ਬੱਚਿਓ ਕਿਹੜਾ ਖੇਤਰ ਹੈ? ਸਿਮਲੀਪਾਲ। ਨੰਬਰ 8 ਮਾਨਸ, ਮਾਨਸ ਖੇਤਰ ਬੱਚਿਓ ਕਿਹੜੇ ਰਾਜ ਵਿੱਚ ਹੈ? ਨਕਸ਼ੇ ਵਿੱਚ ਕਿੱਥੇ ਦਿੱਤਾ ਹੋਇਆ ਹੈ? ਹਾਂਜੀ ਅਸਾਮ। ਨੌਵਾਂ ਖੇਤਰ ਹੈ ਬੱਚਿਓ ਬਾਂਦੀਪੁਰ, ਬਾਂਦੀਪੁਰ ਕਿਹੜੇ ਰਾਜ ਵਿੱਚ ਹੈ? ਕਰਨਾਟਕ। ਸੋ ਬੱਚਿਓ ਇਹ ਸਨ ਸਾਡੇ ਬਾਗ ਪਰਿਯੋਜਨਾ ਅਧੀਨ ਆਉਂਦੇ ਖੇਤਰ। ਅਮਾ ਹੈ ਘਰ ਦੇ ਕੰਮ ਦਾ। ਤੁਹਾਡਾ ਪ੍ਰਸ਼ਨ ਹੈ ਬਾਗ ਪਰਿਯੋਜਨਾ ਵਿੱਚ ਆਏ 9 ਖੇਤਰਾਂ ਦੇ ਨਾਂ ਲਿਖੋ। ਪ੍ਰਸ਼ਨ 2 ਬਾਗ ਪਰਿਯੋਜਨਾ ਦਾ ਆਰੰਭ ਕਦੋਂ ਹੋਇਆ? ਜ਼ਿੰਮੇਵਾਰੀ ਬਹੁਤ ਪਿਆਰੀ, ਇਹੀ ਕਹਿੰਦੀ ਦੁਨੀਆ ਸਾਰੀ। ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ। ਹੁਣ ਤੱਕ ਤੁਸੀਂ ਸਮਝਿਆ ਕਿ ਸਾਡੇ ਪਰਿਵਾਰਿਕ ਅਤੇ ਸਮਾਜਿਕ ਜੀਵਨ ਵਿੱਚ ਸੰਤੁਲਨ ਬਣਾਏ ਰੱਖਣ ਲਈ ਸਾਡਾ ਜ਼ਿੰਮੇਵਾਰ ਹੋਣਾ ਬੜਾ ਹੀ ਜ਼ਰੂਰੀ ਹੈ। ਪਿਆਰੇ ਬੱਚਿਓ ਜ਼ਿੰਮੇਵਾਰੀ ਬਹੁਤ ਹੀ ਮਹੱਤਵਪੂਰਨ ਭਾਵਨਾ ਹੈ, ਪਰ ਤੁਹਾਨੂੰ ਪਤਾ ਹੈ ਇਹ ਜ਼ਿੰਮੇਵਾਰੀ ਹੈ ਕੀ? ਆਓ ਇਸ ਲਈ ਅਸੀਂ ਰਾਮ ਅਤੇ ਰਮਨ ਦੋ ਦੋਸਤਾਂ ਦੀ ਕਹਾਣੀ ਦੇਖਦੇ ਹਾਂ। ਰਾਮ ਤੇ ਰਮਨ ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਇੱਕ ਸਵੇਰ ਰਾਮ ਨੇ ਕਿਹਾ, ਚੱਲ ਰਮਨ ਸਕੂਲ ਚਲੀਏ। ਨਹੀਂ ਮੇਰਾ ਤਾਂ ਬਹੁਤ ਕੰਮ ਪਿਆ ਹੈ, ਤੂੰ ਜਾ। ਰਾਮ ਨੇ ਅੱਧੀ ਛੁੱਟੀ ਵੇਲੇ ਰਮਨ ਤੋਂ ਪੁੱਛਿਆ, ਤੂੰ ਨੋਟਿਸ ਬੋਰਡ ਦੇਖਿਆ? ਉੱਥੇ ਮੁਕਾਬਲੇ ਦਾ ਨੋਟਿਸ ਲੱਗਿਆ ਹੈ। ਨਹੀਂ ਮੈਂ ਨਹੀਂ ਦੇਖਿਆ, ਕੀ ਨੋਟਿਸ ਲੱਗਿਆ? ਲੇਖ ਲਿਖਣਾ ਹੈ ਕ੍ਰਿਕਟ ਵਿਸ਼ੇ ਤੇ। ਓ ਵਾਹ, ਮੈਂ ਵੀ ਭਾਗ ਲਵਾਂਗਾ। ਹਾਂ ਜ਼ਰੂਰ, ਪਰ ਲਿਖ ਕੇ ਸੋਮਵਾਰ ਤੱਕ ਜਮ੍ਹਾਂ ਕਰਾਉਣਾ ਹੈ। ਮੈਂ ਲਾਇਬ੍ਰੇਰੀ ਜਾ ਰਿਹਾ, ਚੱਲ ਤੂੰ ਵੀ ਚੱਲ ਤਿਆਰੀ ਲਈ। ਨਹੀਂ ਅਜੇ ਤਾਂ ਬਹੁਤ ਦਿਨ ਹੈ, ਮੈਂ ਅਜੇ ਨਹੀਂ ਤਿਆਰੀ ਕਰਨੀ। ਰਾਮ ਨੇ ਤਾਂ ਆਪਣਾ ਲੇਖ ਲਿਖ ਕੇ ਸ਼ੁੱਕਰਵਾਰ ਹੀ ਜਮ੍ਹਾਂ ਕਰਵਾ ਦਿੱਤਾ, ਪਰ ਰਮਨ ਮੰਗਲਵਾਰ ਨੂੰ ਭੱਜਾ ਦਫ਼ਤਰ ਵੱਲ ਗਿਆ ਅਤੇ ਮੈਡਮ ਜੀ ਨੂੰ ਆਖਣ ਲੱਗਾ ਕਿ ਉਸ ਦਾ ਲੇਖ ਰੱਖ ਲੈਣ। ਮੈਡਮ ਜੀ ਨੇ ਕਿਹਾ, ਮੇਰੇ ਟੇਬਲ ਤੇ ਰੱਖ ਦਿਓ ਅਤੇ ਚਲੇ ਜਾਓ। ਅਗਲੇ ਦਿਨ ਮੈਡਮ ਨੇ ਦੋਹਾਂ ਨੂੰ ਬੁਲਾਇਆ। ਉਹਨਾਂ ਆਖਿਆ, ਰਮਨ ਤੂੰ ਬਹੁਤ ਵਧੀਆ ਲਿਖਿਆ, ਫਸਟ ਆ ਸਕਦਾ ਸੀ, ਪਰ ਜੇਕਰ ਸਮੇਂ ਤੇ ਜਮ੍ਹਾਂ ਕਰਵਾਇਆ ਹੁੰਦਾ। ਰਮਨ ਹੈਰਾਨ ਪਰੇਸ਼ਾਨ ਹੋ ਗਿਆ। ਰਮਨ ਬੇਟੇ, ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਸਾਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ, ਤਾਂ ਹੀ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਾਂਗੇ। ਸੋ ਪਿਆਰੇ ਬੱਚਿਓ, ਤੁਸੀਂ ਦੇਖਿਆ ਨਾ ਅਸੀਂ ਕਿਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਜ਼ਿੰਮੇਵਾਰ ਬਣ ਸਕਦੇ ਹਾਂ। ਹਾਂਜੀ, ਇਹਨਾਂ ਵਿੱਚ ਸਭ ਤੋਂ ਪਹਿਲੀ ਗੱਲ ਜੋ ਅਸੀਂ ਧਿਆਨ ਵਿੱਚ ਰੱਖਣੀ ਹੈ ਕਿ ਅਸੀਂ ਹਰ ਕੰਮ ਮਿਹਨਤ ਨਾਲ ਕਰਾਂਗੇ। ਦੂਜੀ ਗੱਲ, ਅਸੀਂ ਹਰ ਕੰਮ ਨੂੰ ਲਗਨ ਨਾਲ ਕਰਾਂਗੇ। ਹਾਂਜੀ, ਅਸੀਂ ਹਰ ਕੰਮ ਵਫਾਦਾਰੀ ਨਾਲ ਕਰਾਂਗੇ ਅਤੇ ਅਸੀਂ ਹਰ ਕੰਮ ਸਮੇਂ ਸਿਰ ਕਰਾਂਗੇ। ਇਹਨਾਂ ਗੱਲਾਂ ਦਾ ਰੱਖ ਕੇ ਧਿਆਨ ਅਸੀਂ ਬਣਨਾ ਜ਼ਿੰਮੇਵਾਰ, ਫਿਰ ਸਾਡੀ ਸ਼ਖਸੀਅਤ ਵਿੱਚ ਆਉਂਦਾ ਜਾਓ ਨਿਖਾਰ। ਸੋ ਬੱਚਿਓ, ਹੁਣ ਤੁਹਾਡਾ ਘਰ ਦਾ ਕੰਮ ਇਹ ਹੈ ਕਿ ਤੁਸੀਂ ਆਪਣੀ ਕਾਪੀਆਂ ਤੇ ਲਿਖੋ ਜ਼ਿੰਮੇਵਾਰੀ ਕੀ ਹੈ ਅਤੇ ਉਹਨਾਂ ਕੰਮਾਂ ਦੀ ਸੂਚੀ ਵੀ ਬਣਾਓ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀ ਨਾਲ ਕਰਦੇ ਹੋ। ਆਪਾਂ ਫਿਰ ਮਿਲਾਂਗੇ। ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਜਿਹੜਾ ਹੈਗਾ ਆ 6ਵੇਂ ਸੈੱਟ ਦੇ ਉੱਤੇ ਪਹੁੰਚ ਗਏ ਸੀਗੇ। ਪੰਜਾਬੀ ਦੀ ਲਿਖਾਈ ਬਾਰੇ ਗੱਲਬਾਤ ਕਰਦੇ ਪਏ ਆ। 6ਵੇਂ ਸੈੱਟ ਦੇ ਦੂਜੇ ਅੱਖਰ ਦੇ ਉੱਤੇ ਪਹੁੰਚ ਚੁੱਕੇ ਆਪਾਂ। ਦੂਜਾ ਅੱਖਰ ਕੀ ਆ? ਨਈਆਂ। ਤਾਂ ਬੇਟਾ ਧਿਆਨ ਨਾਲ ਦੇਖਣਾ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਹਰ ਸੈੱਟ ਦੇ ਸਾਰੇ ਅੱਖਰਾਂ ਦੀ ਬਣਤਰ ਆਪਸ ਦੇ ਵਿੱਚ ਰਲਦੀ ਮਿਲਦੀ ਹੈ। ਔਰ ਨਈਆਂ ਦੇਖੋ ਆਪਾਂ ਕਿਸ ਤਰ੍ਹਾਂ ਬਣਾਉਣਾ ਆ। ਪਹਿਲਾਂ ਬੇਟਾ ਸਾਨੂੰ ਵਾਵਾ ਹੀ ਬਣਾਉਣਾ ਪਊਗਾ ਨਈਆਂ ਬਣਾਉਣ ਦੇ ਲਈ। ਸਭ ਤੋਂ ਪਹਿਲਾਂ ਇਹ ਸਾਰੇ ਸਟੈਪ ਵਾਵੇ ਵਾਲੇ ਫੋਲੋ ਕਰਾਂਗੇ ਅਸੀਂ। ਜਿੰਨੀ ਅੱਖਰ ਦੀ ਚੌੜਾਈ ਲੈਣੀ ਆ, ਉੱਪਰਲੀ ਰੇਖਾ ਦੇ ਉੱਤੇ ਅਸੀਂ ਅੰਦਾਜ਼ੇ ਦੇ ਨਾਲ ਰੇਖਾ ਲੈ ਲੈਂਦੇ ਆ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਇਧਰਲੇ ਹੱਥ ਥੋੜੀ ਜਿਹੀ ਰੇਖਾ ਛੱਡ ਕੇ
ਇੱਥੋਂ 90 ਡਿਗਰੀ ਦੇ ਉੱਤੇ ਥੱਲੇ ਲਗਭਗ 33%, ਕਿਉਂਕਿ ਇਹ ਪੂਰੀ ਰੇਖਾ ਨੂੰ ਅਸੀਂ 3 ਭਾਗਾਂ 'ਚ ਵੰਡਣਾ ਹੁੰਦਾ ਆ। ਉਹਦੇ ਤੋਂ ਬਾਅਦ ਦੇ ਵਿੱਚ ਉੱਪਰਲੀ ਰੇਖਾ ਦੇ ਪੈਰਲਲ ਚੱਲਦੇ ਹੋਏ ਬੇਟਾ ਅਸੀਂ ਇੱਥੋਂ ਆ ਕੇ ਜਿੰਨੀ ਅੱਖਰ ਦੀ ਚੌੜਾਈ ਰੱਖਣੀ ਆ ਇੱਥੋਂ ਥੱਲੇ ਆ ਗਏ ਇਸ ਬਿੰਦੂ ਤੇ, ਇਹਦੀ ਬਿਲਕੁਲ ਸੇਧ ਦੇ ਉੱਤੇ ਆ ਕੇ ਅਸੀਂ ਕਲਮ ਚੁੱਕ ਲੈਂਦੇ ਆ। ਉਹਦੇ ਤੋਂ ਬਾਅਦ ਦੇ ਵਿੱਚ ਅੱਧ ਤੋਂ ਮਗਰਲੇ ਪਾਸੇ ਤੋਂ ਬੱਚੇ ਅਸੀਂ ਜਿਵੇਂ ਵਾਵੇ ਦੀ ਸ਼ੇਪ ਦਿੱਤੀ ਸੀਗੀ ਉਸੇ ਤਰ੍ਹਾਂ ਆ ਥੋੜੀ ਜਿਹੀ ਗੁਲਾਈ ਦੇ ਦੇਣੀ ਆ। ਇਹ ਅੱਖਰ ਵਾਵਾ ਬਣ ਗਿਆ ਸਾਡੇ ਕੋਲੇ। ਔਰ ਇੱਥੋਂ ਬੇਟਾ ਇਸ ਬਿੰਦੂ ਤੋਂ ਥੋੜਾ ਜਿਹਾ ਅੰਦਰਲੇ ਪਾਸੇ ਇੱਥੋਂ ਹਲਕੀ ਜੀ ਉਭਾਰ ਵਾਲੀ ਕਰਵ ਦਿੰਦੇ ਹੋਏ ਅਸੀਂ ਇਹਨੂੰ ਇੱਥੇ ਟੱਚ ਕਰ ਦਾਂਗੇ। ਇਹ ਬਣ ਗਿਆ ਅੱਖਰ ਸਾਡੇ ਕੋਲੇ ਨਈਆਂ। ਫਿਰ ਧਿਆਨ ਨਾਲ ਦੇਖ ਲਓ ਬੇਟਾ ਨਈਆਂ ਅੱਖਰ ਕਿਸ ਤਰ੍ਹਾਂ ਬਣਾਉਣਾ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਸੀਂ ਉੱਪਰਲੀ ਰੇਖਾ ਤੇ ਆਹ ਰੇਖਾ ਲੈ ਲਈ। ਉਹਦੇ ਤੋਂ ਬਾਅਦ ਦੇ ਵਿੱਚ ਅਸੀਂ 90 ਡਿਗਰੀ ਤੇ 33% ਤੱਕ ਇੱਥੇ ਆ ਗਏ। ਇੱਥੋਂ ਫਿਰ ਇੱਧਰ ਨੂੰ ਗੁਲਾਈ ਦਿੰਦੇ ਹੋਏ ਇਸ ਬਿੰਦੂ ਦੇ ਉੱਤੇ ਇੱਥੇ ਆ ਕੇ ਅਸੀਂ ਕਲਮ ਚੁੱਕ ਲਈ। ਔਰ ਇਸ ਬਿੰਦੂ ਤੋਂ ਅਸੀਂ ਆਹ ਜਿਹੜੀ ਹੈ ਅੱਧ ਤੋਂ ਮਗਰਲੇ ਪਾਸੇ ਜਾ ਕੇ ਆਹ ਰੇਖਾ ਲਾਤੀ। ਔਰ ਉਹਦੇ ਤੋਂ ਬਾਅਦ ਦੇ ਵਿੱਚ ਇਸ ਉਹਦੀ ਸੇਧ ਤੋਂ ਹਲਕਾ ਜਿਹਾ ਅੰਦਰਲੇ ਪਾਸੇ ਤੋਂ ਇੱਥੋਂ ਅੰਦਰ ਨੂੰ ਔਰ ਇਸ ਰੇਖਾ ਦਾ ਉਭਾਰ ਆ ਜਿਹੜਾ ਉਹ ਬਾਹਰਲੇ ਪਾਸੇ ਨੂੰ ਹੋਊਗਾ। ਇਹ ਬੇਟਾ ਬਣ ਗਿਆ ਅੱਖਰ ਨਈਆਂ। ਤੁਸੀਂ ਹੁਣ ਆਪਣੀਆਂ ਕਾਪੀਆਂ ਦੇ ਉੱਤੇ ਜਾਂ ਵਰਕਸ਼ੀਟਾਂ ਦੇ ਉੱਤੇ ਨਈਆਂ ਅੱਖਰ ਦਾ ਅਭਿਆਸ ਕਰਨਾ ਆ। ਕੱਲ ਨੂੰ ਫਿਰ ਆਪਾਂ ਇਸ ਜਿਹੜੇ 6ਵੇਂ ਸੈੱਟ ਦੇ ਆਖਰੀ ਅੱਖਰ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।